ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਕਿ ਅਸੀਂ ਪੀਐਸ ਟੈਟ ਤੇ ਸੀ ਟੈਟ ਦੀ ਤਿਆਰੀ ਕਰਵਾ ਰਹੇ ਹਾਂ। 2022 ਦੇ ਲਈ ਦਸੰਬਰ ਦੇ ਵਿੱਚ ਐਗਜ਼ਾਮ ਹੋ ਰਿਹਾ ਤੇ ਪੰਜਾਬੀ ਭਾਸ਼ਾ ਜਾਂ ਪੰਜਾਬੀ ਪੈਡਾਗੋਜੀ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਟੌਪਿਕ ਕਰਵਾ ਰਹੇ ਹਾਂ। ਅੱਜ ਆਪਣਾ ਪਾਰਟ 6 ਰਹਿਣ ਵਾਲਾ ਹੈ ਤੇ ਲੈਕਚਰ ਆਪਣਾ 9ਵਾਂ ਹੈ। ਅੱਜ ਆਪਣਾ 9ਵਾਂ ਲੈਕਚਰ ਹੈ। ਇਸ ਤੋਂ ਪਹਿਲਾਂ ਆਪਾਂ 8 ਲੈਕਚਰ ਅਪਲੋਡ ਕਰ ਚੁੱਕੇ ਹਾਂ। ਅੱਜ ਦਾ ਟੌਪਿਕ ਹੈ ਆਪਣਾ ਲਿਖਣ ਕੌਸ਼ਲ ਕੀ ਹੁੰਦਾ ਹੈ ਤੇ ਉਸਦੇ ਉਦੇਸ਼ ਤੇ ਮਹੱਤਤਾ, ਉਸਦੇ ਬਾਰੇ ਆਪਾਂ ਡਿਟੇਲ ਡਿਸਕਸ ਕਰਾਂਗੇ, ਪੜਾਂਗੇ। ਇਹ ਕਿਉਂਕਿ ਪੇਪਰ ਦੇ ਵਿੱਚ ਲਿਖਣ ਕੌਸ਼ਲ, ਪੜ੍ਹਨ ਕੌਸ਼ਲ ਇਸ ਤਰ੍ਹਾਂ ਦੇ ਆਉਣੇ ਆ ਤੇ ਤੁਸੀਂ ਉਸਦੀ ਤਿਆਰੀ ਕਰ ਸਕਦੇ। ਆਪਾਂ ਇਸ ਦੇ ਵਿੱਚ ਥਿਊਰੀ ਕਰਾਂਗੇ, ਐਮਸੀਕਿਊ ਆਪਾਂ ਜਦੋਂ ਸਾਰਾ ਸਿਲੇਬਸ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ਦੀ ਥਿਊਰੀ ਕਰਾਂਗੇ। ਲਓ ਜੀ, ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਲਿਖਣ ਕੌਸ਼ਲ ਕੀ ਹੈ ਉਸਦੇ ਬਾਰੇ ਥੋੜੀ ਜਿਹੀ ਆਪਾਂ ਡਿਟੇਲ ਜਾਣ ਲਈ। ਇਹਦੇ ਵਿੱਚ ਲਿਖਿਆ ਹੈ ਲਿਖਣ ਕੌਸ਼ਲ ਬਹੁਤ ਜ਼ਰੂਰੀ ਹੈ। ਲਿਖਣ ਕੌਸ਼ਲ ਬਹੁਤ ਜ਼ਰੂਰੀ ਆ, ਚਾਹੇ ਆਪਾਂ ਪੜ੍ਹਦੇ ਹੋਈਏ ਚਾਹੇ ਆਪਾਂ ਨਾ ਪੜ੍ਹਦੇ ਹੋਈਏ। ਆਪਾਂ ਚਾਹੇ ਛੋਟੀ ਕਲਾਸ ਦੇ ਵਿੱਚ ਆ ਚਾਹੇ ਵੱਡੀ ਜਮਾਤ ਦੇ ਵਿੱਚ ਆ, ਆਪਾਂ ਨੂੰ ਲਿਖਣ ਕੌਸ਼ਲ ਦੇ ਬਾਰੇ ਪਤਾ ਹੋਣਾ ਚਾਹੀਦਾ। ਲਿਖਣ ਕੌਸ਼ਲ ਕੀ ਹੈ ਤੇ ਇਸ ਦੀ ਮਹੱਤਤਾ ਕੀ ਹੈ। ਲਿਖਣ ਕੌਸ਼ਲ ਜ਼ਰੂਰੀ ਹੈ ਕਿਉਂਕਿ ਆਪਾਂ ਡੇਲੀ ਦੇ ਜਿਹੜੇ ਦੈਨਿਕ ਕੰਮ ਆਪਾਂ ਲਿਖਣ ਦੇ ਨਾਲ ਕਰਦੇ ਹਾਂ। ਆਪਾਂ ਜੇਕਰ ਲਿਖਣ ਦੇ ਨਾਲ ਨਹੀਂ ਕਰਦੇ, ਬਹੁਤ ਸਾਰੇ ਕੰਮ ਅਧੂਰੇ ਰਹਿ ਜਾਂਦੇ। ਲਿਖਣ ਕੌਸ਼ਲ ਬਹੁਤ ਜ਼ਰੂਰੀ ਆ। ਇੱਕ ਛੋਟੀਆਂ ਆਰੰਭਿਕ ਜਮਾਤਾਂ ਦੇ ਲਈ ਜਾਂ ਵੱਡੀਆਂ ਜਮਾਤਾਂ ਦੇ ਲਈ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਲਿਖਣ ਕੌਸ਼ਲ ਦਾ ਬਹੁਤ ਵੱਡਾ ਹਿੱਸਾ ਰਹਿੰਦਾ ਹੈ। ਗਿਆਨ ਅਤੇ ਇਤਿਹਾਸ ਨੂੰ ਪੀੜ੍ਹੀ ਦਰ ਪੀੜ੍ਹੀ ਚਲਾਉਣ ਲਈ ਜਾਂ ਰੱਖਣ ਲਈ, ਸਾਂਭ ਕੇ ਰੱਖਣ ਲਈ ਲਿਖਣ ਕੌਸ਼ਲ ਜ਼ਰੂਰੀ ਹੈ। ਦੇਖੋ, ਆਪਣੇ ਕੋਲੇ ਪੱਥਰ ਯੁੱਗ ਦੀ ਗੱਲ ਕਰੀਏ, ਆਪਾਂ ਥੋੜਾ ਹਿਸਟਰੀ ਦੇ ਵੱਲ ਚੱਲਦੇ ਹਾਂ। ਪੱਥਰ ਯੁੱਗ ਦੀ ਗੱਲ ਕਰੀਏ, ਉਹਦੇ ਵਿੱਚ ਲਿਖਤੀ ਰੂਪ ਨਹੀਂ ਮਿਲਦੇ, ਪਰੰਤੂ ਉਸ ਤੋਂ ਬਾਅਦ ਜਿਹੜੀ ਹੜੱਪਾ ਸਿਵਲਾਈਜੇਸ਼ਨ ਆਈ, ਉਹ 'ਚ ਥੋੜੇ ਬਹੁਤ ਲਿਖਤ ਦਸਤਾਵੇਜ਼ ਆਪਾਂ ਨੂੰ ਮਿਲਦੇ ਨੇ। ਉਸ ਤੋਂ ਬਾਅਦ ਵੈਦਿਕ ਕਾਲ ਦੇ ਵਿੱਚ ਆਪਾਂ ਨੂੰ ਗ੍ਰੰਥ ਮਿਲਦੇ ਨੇ। 4 ਗ੍ਰੰਥ ਮਿਲਦੇ ਨੇ, ਯਜੁਰਵੇਦ, ਅਥਰਵੇਦ, ਸਾਮਵੇਦ। ਇਸ ਤਰ੍ਹਾਂ ਦੇ 4 ਆਪਾਂ ਨੂੰ ਵੇਦ ਮਿਲਦੇ, ਜਿਸ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਉਸ ਟਾਈਮ ਦੀ ਸਥਿਤੀ ਕੀ ਸੀ, ਲੋਕ ਕਿਵੇਂ ਰਹਿੰਦੇ ਸੀ, ਲੋਕਾਂ ਦਾ ਖਾਣਾ ਪੀਣਾ ਕੀ ਸੀ। ਇਸ ਤਰ੍ਹਾਂ ਬਹੁਤ ਸਾਰੀਆਂ ਗਿਆਨ ਦੀਆਂ ਚੀਜ਼ਾਂ ਉਹਦੇ ਵਿੱਚ ਲਿਖਿਆ ਹੋਇਆ, ਗਿਆਨ ਦਿੱਤਾ ਹੋਇਆ। ਪੜ੍ਹਨ ਲਿਖਣ ਦਾ ਕੌਸ਼ਲ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਐਡ ਆ। ਤਾਂ ਇਸ ਕਰਕੇ ਪੀੜ੍ਹੀ ਦਰ ਪੀੜ੍ਹੀ ਇਹਨੂੰ ਸਾਂਭ ਕੇ ਰੱਖਣ ਲਈ ਲਿਖਣ ਕੌਸ਼ਲ ਦਾ ਬਹੁਤ ਮਹੱਤਵ ਹੈ। ਉਹ ਪੰਜਾਬੀ ਸਾਹਿਤ ਦੇ ਵਿੱਚ ਵੀ ਸਾਹਿਤ ਨੂੰ ਸਾਂਭ ਕੇ ਰੱਖਣ ਦੇ ਲਈ, ਪੰਜਾਬੀ ਸਾਹਿਤ ਨੂੰ ਸਾਂਭ ਕੇ ਰੱਖਣ ਲਈ ਲਿਖਣ ਦੀ ਜ਼ਰੂਰਤ ਪੈਂਦੀ ਹੈ। ਪੰਜਾਬੀ ਸਾਹਿਤ ਵਿੱਚ ਜਿਵੇਂ ਕਿ ਨਾਵਲ ਲਿਖੇ ਜਾਂਦੇ ਨੇ, ਨਾਵਲ, ਕਹਾਣੀਆਂ, ਇਤਿਹਾਸ, ਇਸ ਤਰ੍ਹਾਂ ਦੇ ਬਹੁਤ ਸਾਰੇ ਦਸਤਾਵੇਜ਼ ਆਪਾਂ ਨੂੰ ਲਿਖਤੀ ਰੂਪ ਵਿੱਚ ਮਿਲਦੇ ਨੇ। ਲਿਖਤੀ ਰੂਪ ਦੇ ਨਾਲ ਕੀ ਹੈ ਕਿ ਉਹ ਸਾਂਭ ਕੇ ਰੱਖ ਸਕਦੇ ਆਪਾਂ ਪੀੜ੍ਹੀ ਦਰ ਪੀੜ੍ਹੀ ਜਾਂ ਲੰਮੇ ਸਮੇਂ ਤੱਕ। ਹੁਣ ਆਪਾਂ ਇਸਦੀ ਕਰਾਂਗੇ ਮਹੱਤਤਾ, ਉਦੇਸ਼ ਕੀ ਹੈ। ਦੇਖੋ, ਲਿਖਣ ਕੌਸ਼ਲ ਦੇ ਉਦੇਸ਼ ਵੀ ਯਾਦ ਰੱਖਿਓ, ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਐਮਸੀਕਿਊ। ਸਭ ਤੋਂ ਪਹਿਲਾਂ ਹੈ ਆਪਣੇ ਕੋਲੇ ਬੱਚਿਆਂ ਨੂੰ ਵਰਨਾਂ ਅੱਖਰਾਂ ਦੀ ਸਹੀ ਬਣਾਵਟ ਲਿਖਣ ਦਾ ਅਭਿਆਸ ਦੇਣਾ। ਦੇਖੋ, ਜੇਕਰ ਬੱਚਾ ਲਿਖੇਗਾ ਨਹੀਂ ਤਾਂ ਵਰਨਾਂ ਦਾ ਕਿਸ ਤਰ੍ਹਾਂ ਪਤਾ ਲੱਗੇਗਾ, ਉਹ ਕਿਸ ਤਰ੍ਹਾਂ ਪਛਾਣ ਕਰੇਗਾ। ਦੇਖੋ, ਲਿਖਣ ਦੇ ਨਾਲ ਬੱਚੇ ਨੂੰ ਕਵਾਂਗੇ, ਬੱਚੇ ਨੂੰ ਊੜਾ ਸਿਖਾਉਣਾ, ਊੜਾ ਵਰਨ ਸਿੱਖ ਜਾਏਗਾ, ਆੜਾ ਸਿੱਖ ਜਾਏਗਾ। ਇਸ ਤਰ੍ਹਾਂ ਤਾਂ ਜੋ ਬੱਚੇ ਦੀ ਪਹਿਚਾਣ ਹੋ ਸਕੇ, ਲਿਖਣ ਕੌਸ਼ਲ ਦੇ ਨਾਲ ਪੜ੍ਹ ਵੀ ਸਕੇ, ਬੱਚੇ ਨੂੰ ਪਹਿਚਾਣ ਰਹੇ ਕਿਸੇ ਵੀ ਵਰਨ ਦੀ ਜਾਂ ਅੱਖਰ ਦੀ। ਦੂਸਰਾ ਹੈ ਬੱਚਿਆਂ ਨੂੰ ਸ਼ਬਦ ਜੋੜਾਂ ਦੀ ਸਿੱਖਿਆ ਦੇਣੀ। ਦੇਖੋ, ਸ਼ਬਦ ਜੋੜ ਕਿਵੇਂ ਹੁੰਦੇ ਨੇ ਕਿ ਬੱਚੇ ਜਿਵੇਂ ਕਿ ਸਰ ਪਲੱਸ ਕਾਰ ਲਿਖ ਕੇ ਸ਼ਬਦ ਜੋੜ ਕਰ ਸਕਦੇ, ਜਿਵੇਂ ਸਰਕਾਰ ਲਿਖ ਦਿੱਤਾ। ਇਸ ਤਰ੍ਹਾਂ ਹੋਰ ਬਹੁਤ ਸਾਰੇ ਸ਼ਬਦ ਜੋੜਨੇ, ਤਾਂ ਮੈਂ ਵੈਸੇ ਹੀ ਉਦਾਹਰਨ ਦਿੱਤੀ ਹੈ। ਸ਼ਬਦ ਜੋੜਾਂ ਦੀ ਸਿੱਖਿਆ ਲੈ ਸਕੇ। ਦੇਖੋ, ਜਦੋਂ ਬੱਚਾ ਲਿਖਦਾ ਹੈ ਉਸਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਪਤਾ ਲੱਗਦੀਆਂ। ਜਦੋਂ ਉਹਨੂੰ ਕਹਾਂਗੇ ਕੋਈ ਕਹਾਣੀ ਲਿਖ, ਕਹਾਣੀ ਵਿੱਚ ਨਵੇਂ ਅੱਖਰ ਵੀ ਆਉਣਗੇ, ਨਵੇਂ ਸ਼ਬਦ ਵੀ ਆਉਣਗੇ, ਤਾਂ ਜੋ ਉਹ ਸਿੱਖੇਗਾ। ਤੀਸਰਾ ਹੈ ਲਿਖਣ ਦੇ ਨਾਲ ਲਿਖਣਾ ਕੀ ਹੈ, ਉਹ ਸੁੰਦਰ ਸਿੱਖ ਜਾਏਗਾ ਤੇ ਉਹ ਸਪਸ਼ਟ ਲਿਖਣਾ ਸਿੱਖ ਜਾਏਗਾ। ਲਿਖਣ ਦਾ ਕੌਸ਼ਲ ਸੁੰਦਰ ਅਤੇ ਸਪਸ਼ਟ ਲਿਖਣਾ ਹੈ ਕਿ ਬੱਚਾ ਅਗਰ ਲਿਖੇਗਾ, ਸਪਸ਼ਟ ਲਿਖੇਗਾ, ਸੁੰਦਰ ਲਿਖੇਗਾ, ਤਾਂ ਜੋ ਬੱਚੇ ਦੇ ਆਉਣ ਵਾਲੇ ਭਵਿੱਖ ਲਈ ਜ਼ਰੂਰੀ ਹੈ। ਜੇਕਰ ਸੁੰਦਰ ਲਿਖੇਗਾ, ਅੱਗੇ ਕੰਪੀਟੀਸ਼ਨ ਲੜ ਸਕਦਾ ਹੈ। ਸਪਸ਼ਟ ਲਿਖੇਗਾ ਤੇ ਉਹਨੂੰ ਜਿਹੜੀ ਆਪਣੀ ਚੀਜ਼ ਆ ਉਹ ਸਮਝ ਲੱਗੇ, ਅੱਗੇ ਵੀ ਉਹ ਆਪਣੇ ਵਿਚਾਰ ਰੱਖ ਸਕੇ। ਉਸ ਤੋਂ ਬਾਅਦ ਗੱਲ ਕਰੀਏ ਫੋਰਥ ਆਪਣੇ ਕੋਲ ਪੁਆਇੰਟ ਦਾ, ਵਿਸ਼ਰਾਮ ਚਿੰਨ੍ਹਾਂ ਦੀ ਸਹੀ ਜਾਣਕਾਰੀ ਦੇਣੀ। ਦੇਖੋ, ਲਿਖਣ ਕੌਸ਼ਲ ਦੇ ਨਾਲ ਕੀ ਹੈ ਕਿ
ਆਪਾਂ ਇਹਦੇ ਵਿੱਚ ਵਿਸ਼ਰਾਮ ਚਿੰਨ੍ਹਾਂ ਦੀ ਤੁਸੀਂ ਜਗ੍ਹਾ ਪੂਰਾ ਵਿਆਕਰਨ ਨਹੀਂ ਕਰ ਸਕਦੇ। ਤੁਸੀਂ ਵਿਆਕਰਨ ਲਿਖ ਦਿਓ, ਇੱਥੇ ਸਾਰਾ ਤੁਸੀਂ ਵਿਆਕਰਨ ਲਿਖ ਸਕਦੇ ਹੋ। ਇੱਕ ਵਿਆਕਰਨ ਦਾ ਕੀ ਮਤਲਬ ਹੈ, ਇੱਥੇ ਵਿਆਕਰਨ ਦੀ ਸਹੀ ਜਾਣਕਾਰੀ ਲਿਖਣ ਦੇ ਨਾਲ ਜੇ ਬੱਚਾ ਲਿਖੇਗਾ, ਦੇਖੋ ਉਹਨੂੰ ਨਾਮ ਦੇ ਬਾਰੇ ਕਿਹਾ, ਨਾਮ ਬਾਰੇ, ਉਹ ਕਿਤੇ ਨਾ ਕਿਤੇ ਵਿਆਕਰਨ ਦੇ ਨਾਲ ਜੁੜ ਚੁੱਕਿਆ ਹੈ, ਤੇ ਜੇਕਰ ਲਿਖੇਗਾ ਉਹਨੂੰ ਯਾਦ ਰਹੇਗਾ। ਚੀਜ਼ਾਂ ਲਿਖੇਗਾ, ਉਦਾਹਰਨਾਂ ਲਿਖੇਗਾ, ਲਿਖਣ ਦੇ ਨਾਲ ਉਹਨੂੰ ਪਤਾ ਲੱਗ ਜਾਏ ਵੀ ਇਹ ਚੀਜ਼ ਹੈ ਕੀ। ਵੈਸੇ ਆਪਾਂ ਦੇਖਦੇ ਹਾਂ ਵਾਚਨ, ਜਿਹੜਾ ਆਪਣਾ ਵਾਚਨ ਕੌਸ਼ਲ ਆ, ਉਹਦੇ ਵਿੱਚ ਵਾਚਨ ਕਰ ਲੈਂਦੇ ਆ, ਪੜ੍ਹ ਲੈਂਦੇ ਆ, ਪਰ ਯਾਦ ਕਿਵੇਂ ਰੱਖਣਾ ਉਹ ਲਿਖ ਕੇ। ਤੇ ਆਪਾਂ ਅਕਸਰ ਸਟ੍ਰੈਟਜੀ ਅਪਣਾਉਂਦੇ ਆ, ਆਪਾਂ ਤਰੀਕਾ ਅਪਣਾਈ ਦਾ ਵੀ ਆਪਾਂ ਜੇਕਰ ਕੁਛ ਪੜ੍ਹਦੇ ਆ ਤਾਂ ਉਹਨੂੰ ਜੇਕਰ ਲਿਖਦੇ ਆ, ਲਿਖਣ ਦੇ ਨਾਲ ਉਹ ਜ਼ਿਆਦਾ ਚੇਤੇ ਰਹਿੰਦਾ ਹੈ ਜਾਂ ਯਾਦ ਰਹਿੰਦਾ ਹੈ। ਇਹ ਵੀ ਆਪਣੇ ਕੋਲ ਉਦਾਹਰਨਾਂ, ਆਪਾਂ ਵੀ ਇਹ ਪਰਖਦੇ ਹੁੰਦੇ ਆ। ਜੇ ਆਪਾਂ ਕੋਈ ਨੋਟਸ ਬਣਾਈਏ, ਪੜ੍ਹਨਾ ਮਤਲਬ ਕਿਸ ਚੀਜ਼ ਦੀ ਤਿਆਰੀ ਕਰਨੀ ਹੈ, ਜਿਵੇਂ ਪੀਐਸ ਟੈਟ ਦੀ ਤਿਆਰੀ ਕਰ ਰਹੇ ਤਾਂ ਨੋਟਸ ਬਣਾ ਰਹੇ, ਉਸ ਤੋਂ ਪੜ੍ਹੋਗੇ, ਉਹ ਲਿਖਣ ਦੇ ਨਾਲ ਜ਼ਿਆਦਾ ਰਹਿੰਦਾ ਹੈ। ਜਿਵੇਂ ਕਿ ਬਹੁਤ ਸਾਰੇ ਸਟੂਡੈਂਟ ਪੇਪਰ 1 ਦੀ ਤਿਆਰੀ ਕਰਦੇ ਆ, ਪੇਪਰ 2 ਦੀ, ਤਾਂ ਉਹਨੂੰ ਨੋਟਸ ਬਣਾ ਕੇ ਕਰਦੇ ਹੋਣ। ਉਸ ਤੋਂ ਬਾਅਦ 5ਵਾਂ ਪੁਆਇੰਟ ਹੈ ਕਿ ਮੁਹਾਵਰੇ ਤੇ ਕਹਾਵਤਾਂ ਦਾ ਪ੍ਰਯੋਗ ਕਰਨਾ ਸਿਖਾਉਣਾ। ਦੇਖੋ ਉਦੇਸ਼ ਕੀ ਆ ਕਿ ਬੱਚੇ ਨੂੰ ਲਿਖਣ ਦੇ ਨਾਲ ਮੁਹਾਵਰਿਆਂ ਦਾ ਪਤਾ ਲੱਗ ਜਾਂਦਾ ਹੈ, ਕਹਾਵਤਾਂ ਦਾ ਪਤਾ ਲੱਗ ਜਾਂਦਾ, ਅਖਾਣਾਂ ਦਾ। ਉਹਦਾ ਪ੍ਰਯੋਗ ਕਿਵੇਂ ਕਰਨਾ ਹੈ ਲਿਖਣ ਦੇ ਨਾਲ, ਉਹ ਪਤਾ ਲੱਗ ਜਾਂਦਾ ਹੈ। ਇਸ ਤਰ੍ਹਾਂ ਮੁਹਾਵਰੇ ਤੇ ਕਹਾਵਤਾਂ ਬਾਰੇ ਪਤਾ ਲੱਗੇਗਾ ਤਾਂ ਜੋ ਉਹਦੀ ਲਿਖਣ ਕੌਸ਼ਲ ਦੀ ਸਥਿਤੀ ਆ, ਉਹ ਜਾਂ ਲਿਖਣ ਕੌਸ਼ਲ ਦਾ ਉਦੇਸ਼ ਆ, ਉਹ ਪੂਰਾ ਹੁੰਦਾ ਹੈ। ਅਧਿਆਪਕ ਨੂੰ ਚਾਹੀਦਾ ਹੈ ਵਿਆਕਰਨ ਉੱਪਰ ਧਿਆਨ ਦੇਵੇ, ਉਹਦੇ ਅੱਖਰਾਂ ਉੱਪਰ ਧਿਆਨ ਦੇਵੇ, ਉਹਦੀ ਬਣਾਵਟ ਉੱਪਰ ਧਿਆਨ ਦੇਵੇ, ਸ਼ਬਦ ਜੋੜਾਂ ਦਾ ਕਿਵੇਂ ਲਿਖਦਾ ਹੈ ਉਸ ਦੇ ਬਾਰੇ। ਉਸ ਤੋਂ ਬਾਅਦ ਜਿਹੜਾ 6ਵਾਂ ਪੁਆਇੰਟ ਆਪਣੇ ਕੋਲੇ ਭਾਸ਼ਾ ਸ਼ੈਲੀ ਦਾ ਪ੍ਰਯੋਗ। ਦੇਖੋ ਭਾਸ਼ਾ ਨੂੰ ਭਾਸ਼ਾ ਸ਼ੈਲੀ ਕਿਹਾ ਜਾਂਦਾ, ਕਿਉਂਕਿ ਸ਼ੈਲੀ ਦੇ ਵਿੱਚ ਆਪਾਂ ਮੰਨ ਲਈਏ ਕਿ ਲਿਖੇਗਾ ਕਿਵੇਂ ਬੱਚਾ, ਉਹਦੇ ਕੋਲ ਸ਼ਬਦਾਵਲੀ ਹੋਵੇਗੀ, ਜੇਕਰ ਫੇਰ ਹੀ ਚੰਗਾ ਲਿਖੇਗਾ। ਉਹਨੂੰ ਉਹ ਚੀਜ਼ਾਂ ਦੇ ਬਾਰੇ, ਤਰਕਮਈ ਚੀਜ਼ਾਂ ਦੇ ਬਾਰੇ ਪਤਾ ਹੋਵੇ ਤਾਂ ਹੀ ਲਿਖ ਸਕਦਾ। ਦੇਖੋ ਪ੍ਰਣਾਮ ਦੀ ਭਾਸ਼ਾ ਜਾਂ ਨਾਮ ਦੀ ਭਾਸ਼ਾ, ਪ੍ਰਣਾਮ ਦੀ ਭਾਸ਼ਾ ਬੱਚਾ ਓਨਾ ਚਿਰ ਨਹੀਂ ਦੇ ਸਕਦਾ ਜਿੰਨਾ ਚਿਰ ਉਹ ਪ੍ਰਣਾਮ ਦੀ ਨਾਮ ਦੇ ਬਾਰੇ ਨਹੀਂ ਪਤਾ। ਪਹਿਲਾਂ ਬੱਚੇ ਨੂੰ ਨਾਮ ਦੇ ਬਾਰੇ ਪਤਾ ਹੋਣਾ ਚਾਹੀਦਾ, ਇਸ ਤੋਂ ਬਾਅਦ ਉਹ ਪ੍ਰਣਾਮ ਦੀ ਪਰਿਭਾਸ਼ਾ ਦੇ ਸਕਦਾ ਹੈ। ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜਾ 7ਵਾਂ ਪੁਆਇੰਟ ਹੈ ਆਪਣਾ, ਸ਼ਬਦ ਭੰਡਾਰ ਵਿੱਚ ਵਾਧਾ ਕਰਨਾ। ਦੇਖੋ ਸ਼ਬਦ ਭੰਡਾਰ ਦੀ ਗੱਲ ਕਰੀਏ, ਸ਼ਬਦ ਭੰਡਾਰ ਵਿੱਚ ਵਾਧਾ ਕਿਵੇਂ ਹੋਵੇਗਾ, ਬੱਚਾ ਜਦੋਂ ਪੜ੍ਹੇਗਾ, ਉਸਨੂੰ ਲਿਖੇਗਾ, ਉਹਦੇ ਵਿੱਚ ਜਿਹੜੇ ਜ਼ਰੂਰੀ ਸ਼ਬਦ ਹੁੰਦੇ ਨੇ ਤਾਂ ਉਹਨਾਂ ਦਾ ਅਰਥ ਵੀ ਅਧਿਆਪਕ ਦੱਸ ਦਿੰਦਾ ਹੈ, ਤੇ ਉਹ ਯਾਦ ਕਰ ਲੈਂਦਾ, ਉਹਨੂੰ ਲਿਖ ਲੈਂਦਾ ਹੈ। ਲਿਖਣ ਕੌਸ਼ਲ ਇਹਦੇ ਵਿੱਚ ਬਹੁਤ ਮਹੱਤਵ ਹੈ, ਨਵੇਂ ਸ਼ਬਦ ਸਿੱਖਦਾ ਹੈ, ਸ਼ਬਦਾਵਲੀ ਵਿੱਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਤਾਂ ਤੁਸੀਂ ਕਹਿ ਸਕਦੇ ਹੋ ਇਹਦੇ ਵਿੱਚ ਲਿਖਣ ਕੌਸ਼ਲ ਦੇ ਉਦੇਸ਼ ਹੈ ਕਿ ਬੱਚਾ ਦੈਨਿਕ ਜੀਵਨ ਦੀਆਂ ਘਟਨਾਵਾਂ ਨੂੰ, ਇੱਥੇ ਦੈਨਿਕ ਜੀਵਨ ਦੀ ਘਟਨਾਵਾਂ ਨੂੰ ਲਿਖ ਸਕੇ। ਜਿਵੇਂ ਕਿ ਦੈਨਿਕ ਜੀਵਨ ਵਿੱਚ ਉਹ ਬੱਚੇ ਨੇ ਕਿਤੇ ਬਾਹਰ ਜਾਣਾ ਹੈ ਤਾਂ ਲਿਖ ਸਕਦਾ ਹੈ। ਅਗਰ ਕੋਈ ਦੁਕਾਨ ਤੋਂ ਕੋਈ ਚੀਜ਼ ਲੈਣੀ ਹੈ ਤਾਂ ਬੱਚਾ ਲਿਖ ਕੇ ਲਿਜਾ ਸਕਦਾ, ਕਿਉਂਕਿ ਯਾਦ ਰੱਖਣਾ ਔਖਾ ਹੁੰਦਾ ਬੱਚਿਆਂ ਲਈ। ਇਸ ਕਰਕੇ ਚੀਜ਼ਾਂ ਸਿਖਾਉਣੀਆਂ ਜ਼ਰੂਰੀ ਆ, ਉਦੇਸ਼ ਇਹਦੇ ਇਹੀ ਆ। ਨੈਕਸਟ ਚੱਲਦੇ ਆਪਾਂ ਮਹੱਤਤਾ ਜਾਂ ਮਹੱਤਵ ਬਾਰੇ ਗੱਲ ਕਰੀਏ। ਲਿਖਣ ਕੌਸ਼ਲ ਦਾ ਮਹੱਤਵ ਕੀ ਹੈ, ਉਹ ਆਪਾਂ ਉਦੇਸ਼ ਕੀਤੇ ਆ। ਦੇਖੋ ਉਦੇਸ਼ ਆ ਇਹ ਆਪਣੇ ਸਾਰੇ, ਫਿਰ ਤੋਂ ਰਿਪੀਟ ਕਰਦਾ, ਬੱਚੇ ਨੂੰ ਬਣਨ ਦੇ ਬਾਰੇ ਪਤਾ ਲੱਗ ਜਾਂਦਾ, ਉਦੇਸ਼ ਆ ਸ਼ਬਦ ਜੋੜਨ ਦਾ, ਸੁੰਦਰ ਲਿਖਣਾ ਸਪਸ਼ਟ ਸਿਖਾਉਣਾ ਚਾਹੀਦਾ ਬੱਚੇ ਨੂੰ, ਚਿੰਨ੍ਹਾਂ ਦੇ ਬਾਰੇ ਪਤਾ ਲੱਗੇ, ਵਿਆਕਰਨ ਦੇ ਬਾਰੇ ਪਤਾ ਲੱਗੇ, ਮੁਹਾਵਰੇ ਤੇ ਕਹਾਵਤਾਂ ਬਾਰੇ, ਸ਼ਬਦ ਸ਼ੈਲੀ ਦਾ ਸਹੀ ਪ੍ਰਯੋਗ ਕਰਨਾ, ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ। ਇਹ ਉਦੇਸ਼ ਨੇ। ਮਹੱਤਵ ਕੁਝ ਹੋਰ ਚੀਜ਼ ਆ, ਇਹ ਜ਼ਰੂਰੀ ਕਿਉਂ ਆ, ਹੁਣ ਆਪਾਂ ਉਹ ਪੜਾਂਗੇ। ਉਦੇਸ਼ ਕੀ ਆ ਤੇ ਮਹੱਤਵ ਕਿਉਂ ਆ, ਜ਼ਰੂਰੀ ਕਿਉਂ ਆ, ਉਹ ਪੜ੍ਹ ਜਾ ਰਹੇ ਆ। ਸਭ ਤੋਂ ਪਹਿਲਾ ਪੁਆਇੰਟ ਹੈ ਆਪਣਾ, ਭਾਸ਼ਾ ਉੱਤੇ ਪੂਰਾ ਅਧਿਕਾਰ ਪ੍ਰਾਪਤ ਕਰਨ ਲਈ। ਦੇਖੋ ਇਹਦੇ ਵਿੱਚ ਕੀ ਹੈ ਕਿ ਭਾਸ਼ਾ ਨੂੰ, ਦੇਖੋ ਵਾਚਨ ਕਰ ਸਕਦੇ ਆਪਾਂ, ਵਾਚਨ ਕਰਨ ਤੋਂ ਬਾਅਦ ਆਪਣੇ ਕੋਲੇ ਪੂਰਨ ਤੌਰ ਤੇ ਜਾਣਕਾਰੀ ਜਾਂ ਗਿਆਨ ਨਹੀਂ ਆਉਂਦਾ ਜਿੰਨਾ ਚਿਰ ਆਪਾਂ ਲਿਖ ਨਾ ਸਕੀਏ। ਪੜ੍ਹਨ ਦੇ ਨਾਲ ਨਾਲ ਲਿਖਣਾ ਵੀ ਆਉਣਾ ਚਾਹੀਦਾ ਬੱਚੇ ਨੂੰ, ਤਾਂ ਜੋ ਉਹ ਲਿਖਣ ਕੌਸ਼ਲ ਪੂਰਾ ਹੋ ਸਕੇ। ਉਹ ਬੱਚਾ ਵਾਚਨ ਕਰ ਰਿਹਾ, ਵਾਚਨ ਦਾ ਅਨਪੜ੍ਹ ਵੀ ਕਰ ਸਕਦਾ ਹੈ, ਪਰੰਤੂ ਇੱਕ ਉਹਦੇ ਵਿੱਚ ਚੀਜ਼ ਹੈ, ਜਿੰਨਾ ਚਿਰ ਲਿਖ ਨਹੀਂ ਸਕਦਾ ਉਹਨੂੰ ਆਪਾਂ ਪੜ੍ਹਿਆ ਲਿਖਿਆ ਨਹੀਂ ਕਹਾਂਗੇ। ਬੋਲ ਤਾਂ ਕੋਈ ਵੀ ਸਕਦਾ। ਇਸ ਕਰਕੇ ਪੂਰਾ ਅਧਿਕਾਰ, ਭਾਸ਼ਾ ਉੱਪਰ ਪੂਰਾ ਅਧਿਕਾਰ ਪ੍ਰਾਪਤ ਕਰਨ ਦੇ ਲਈ ਪੜ੍ਹਨਾ ਤੇ ਲਿਖਣਾ ਕੌਸ਼ਲ ਹੋਣੇ ਚਾਹੀਦੇ ਆ ਦੋਨੇ। ਭਾਸ਼ਾ ਨੂੰ ਕਿਵੇਂ ਸਿੱਖ ਸਕਦਾ ਹੈ, ਪੜ੍ਹਨ ਦੇ ਨਾਲ ਤੇ ਲਿਖਣ ਦੇ ਨਾਲ। ਉਸ ਤੋਂ ਬਾਅਦ ਗੱਲ ਕਰੀਏ ਬੌਧਿਕ ਵਿਕਾਸ ਦੀ ਲੋੜ। ਦੇਖੋ ਬੌਧਿਕ ਵਿਕਾਸ ਦੀ ਲੋੜ ਕਿਉਂ ਪੈਂਦੀ ਹੈ, ਅਗਰ ਬੱਚੇ ਦਾ ਵਿਕਾਸ ਨਹੀਂ ਹੋਏਗਾ ਬੌਧਿਕ ਤੌਰ ਤੇ, ਮਾਨਸਿਕ ਤੌਰ ਤੇ, ਤਾਂ ਬੱਚੇ ਦਾ ਪੜ੍ਹਨ ਲਿਖਣਾ ਕੋਈ ਮਹੱਤਵ ਹੀ ਨਹੀਂ ਰੱਖਦਾ। ਇਸ ਕਰਕੇ ਬੌਧਿਕ ਵਿਕਾਸ ਹੁੰਦਾ ਹੈ, ਲਿਖਣ ਦੇ ਨਾਲ ਵੀ ਹੁੰਦਾ ਹੈ, ਪੜ੍ਹਨ ਦੇ ਨਾਲ ਵੀ। ਦੇਖੋ ਲਿਖਣ ਦੇ ਨਾਲ ਕਿਵੇਂ ਆ, ਉਹ ਲੈ ਚੱਲਦੇ ਆ। ਪੜ੍ਹਨ ਦੇ ਨਾਲ ਤਾਂ ਬੱਚਾ ਜਦੋਂ ਪੜ੍ਹਦਾ ਹੈ ਕਿਸੇ ਦੇ ਵਿਚਾਰ, ਤਾਂ ਉਹ ਉਹਦੇ ਕਿਤੇ ਨਾ ਕਿਤੇ ਵਿਚਾਰ ਬਦਲ ਜਾਂਦੇ ਨੇ।
ਜਿਵੇਂ ਇਹਦੇ ਵਿੱਚ ਲਿਖਣ ਦੀ ਗੱਲ ਕਰੀਏ, ਦੂਜੇ ਵਿਦਵਾਨਾਂ ਦੇ ਲਿਖੇ ਹੋਏ ਜੋ ਵਿਚਾਰ ਲਿਖੇ ਹੋਏ ਨੇ, ਜਦੋਂ ਬੱਚਾ ਉਹਨਾਂ ਨੂੰ ਪੜ੍ਹਦਾ ਹੈ, ਉਹਨਾਂ ਨੂੰ ਪੜ੍ਹ ਕੇ ਜੋ ਵੀ ਬੱਚਾ ਹੁੰਦਾ ਜਾਂ ਅਸੀਂ ਆ ਗਿਆਨ ਪ੍ਰਾਪਤ ਕਰਦੇ ਹਾਂ। ਦੇਖੋ, ਜੋ ਚੀਜ਼ਾਂ ਲਿਖ ਕੌਸ਼ਲ ਦੇ ਵਿੱਚ ਕੀ ਆ ਕਿ ਇੱਕ ਚੀਜ਼ ਲੰਮੇ ਸਮੇਂ ਤੱਕ ਯਾਦ ਰੱਖ ਸਕੀ ਜਾਂ ਇੱਕ ਚੀਜ਼ ਬਹੁਤ ਸਾਰਿਆਂ ਕੋਲੇ ਪਹੁੰਚਾ ਸਕੀਏ, ਜੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਚਾਰ ਪੜ੍ਹਨਗੇ। ਬਹੁਤ ਸਾਰੇ ਵਿਦਵਾਨਾਂ ਨੇ ਆਪਣੇ ਬਹੁਤ ਮਹਾਨ ਜਿਹੜੇ ਕਿ ਵਿਚਾਰ ਦਿੱਤੇ ਹੋਏ ਨੇ। ਵਿਚਾਰਾਂ ਨੂੰ ਜਦੋਂ ਆਪਾਂ ਪੜ੍ਹਦੇ ਆ, ਕਿਤੇ ਨਾ ਕਿਤੇ ਆਪਣੀ ਵੀ ਮਾਨਸਿਕਤਾ ਬਣਦੀ ਆ, ਆਪਣੇ ਵਿਚਾਰ ਉੱਪਰ ਉੱਠਦੇ ਨੇ, ਸ਼ਬਦਾਵਲੀ ਵਿੱਚ ਵਾਧਾ ਹੁੰਦਾ, ਜਿਸ ਨਾਲ ਬੌਧਿਕ ਵਿਕਾਸ ਹੁੰਦਾ। ਆਪਣੇ ਵਿਚਾਰ, ਆਪਣੀ ਸੋਚ, ਆਪਣਾ ਰਹਿਣਾ-ਸਹਿਣਾ, ਆਪਣਾ ਖਾਣਾ-ਪੀਣਾ ਕਿਤੇ ਨਾ ਕਿਤੇ ਉਹ ਵਿਚਾਰਾਂ ਦੇ ਨਾਲ ਬਦਲ ਜਾਂਦਾ ਹੈ। ਇਸ ਕਰਕੇ ਬੌਧਿਕ ਵਿਕਾਸ ਜ਼ਰੂਰੀ ਹੈ ਇਹਦੇ ਵਿੱਚ। ਉਸ ਤੋਂ ਬਾਅਦ ਅੱਗੇ ਚੱਲਦੇ ਹਾਂ, ਆਪਣੇ ਕੋਲੇ ਜਿਹੜਾ ਤੀਸਰਾ ਹੈ, ਦੈਨਿਕ ਜੀਵਨ ਵਿੱਚ ਵੀ ਉਪਯੋਗਤਾ। ਮੈਂ ਪਹਿਲੇ ਤੁਹਾਡੇ ਨਾਲ ਦੱਸ ਚੁੱਕਿਆ ਦੈਨਿਕ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਇਸਦੀ ਬਹੁਤ ਉਪਯੋਗਤਾ ਹੈ ਲਿਖਣ ਕੌਸ਼ਲ ਦੀ। ਦੇਖੋ, ਘਰ ਅਤੇ ਬਾਹਰ ਦੇ ਦੈਨਿਕ ਰੋਜ਼ਾਨਾ ਗਤੀਵਿਧੀਆਂ, ਜਿਵੇਂ ਕਿ ਇਹਦੇ ਵਿੱਚ ਕੰਮ ਲਿਖਿਆ ਹੋਇਆ, ਹਿਸਾਬ ਕਿਤਾਬ ਲਗਾਉਣ ਲਈ ਲਿਖਣਾ ਜ਼ਰੂਰੀ ਹੈ। ਦੇਖੋ, ਆਪਾਂ ਬਾਹਰ ਬੱਚਾ ਹੈ ਚਾਹੇ ਵੱਡਾ ਹੈ, ਆਰੰਭਿਕ ਜਮਾਤਾਂ ਦਾ, ਉਹ ਆਪਣੀਆਂ ਦੈਨਿਕ ਲਿਖ ਸਕਦਾ ਹੈ। ਦੇਖੋ, ਆਰੰਭਿਕ ਵਾਲੇ ਵੀ ਇਹ ਚੀਜ਼ਾਂ ਦੇ ਵੱਲ ਧਿਆਨ ਦੇਣ, ਕਿਉਂਕਿ ਇਹਨੂੰ ਨਾ ਆਰੰਭਿਕ ਵਾਲੇ ਤੇ ਜਿਹੜੇ ਕਿ ਵੱਡੇ ਨੇ, ਵੱਡੇ ਵੀ ਲਿਖ ਸਕਦੇ ਨੇ ਆਪਣੀਆਂ। ਤੇ ਘਰ ਦੇ ਜਿਵੇਂ ਕੰਮ ਕਰਨੇ ਨੇ, ਬਾਹਰ ਦੇ ਕੰਮ ਆ, ਉਹਨੂੰ ਲਿਖਣਾ। ਬੱਚੇ ਨੂੰ ਕਿਉਂ ਸਿਖਾਉਣੇ ਆਪਾਂ? ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲਿਖਣ ਕੌਸ਼ਲ ਦਾ ਮਹੱਤਵ ਉਹਦੀ ਜ਼ਿੰਦਗੀ ਵਿੱਚ ਆ ਸਕੇ, ਉਹ ਉਹਨੂੰ ਉਪਯੋਗ ਕਰ ਸਕੇ। ਜਿਵੇਂ ਕਿ ਮੈਂ ਉਦਾਹਰਨ ਲਿਖਿਆ, ਘਰ ਦਾ ਹਿਸਾਬ ਲਗਾਉਣਾ, ਉਹ ਲਿਖ ਕੇ ਕਰ ਸਕਦਾ ਹੈ। ਹਿਸਾਬ ਕਿਤਾਬ ਲਗਾਉਣਾ, ਵਸਤੂਆਂ ਦੇ ਨਾਮ ਲਿਖ ਲੈਣੇ, ਫਿਰ ਘਰੇਲੂ ਚੀਜ਼ਾਂ ਦੇ ਨਾਲ ਲਿਖ ਕੇ ਆਪਣਾ ਸਮਾਨ ਲਿਆ ਸਕਦਾ ਬੱਚਾ, ਜਾਂ ਉਹਨਾਂ ਦੇ ਨਾਮ ਲਿਖ ਕੇ ਯਾਦ ਕਰ ਸਕਦਾ ਹੈ, ਤਾਂ ਜੋ ਦਿੱਕਤ ਨਾ ਆਵੇ। ਵਪਾਰਕ ਚਿੱਠੀਆਂ, ਵੱਖ-ਵੱਖ ਕੰਮਾਂ ਦੇ ਵਿੱਚ ਇਹ ਆਉਂਦਾ। ਜਿਵੇਂ ਕੋਈ ਵੀ ਕੰਮ ਆ ਉਹਦੇ ਵਿੱਚ ਹੈ, ਮਤਲਬ ਬੱਚੇ ਨੇ ਕਿਤੇ ਜਾਣਾ ਹੈ, ਸ਼ੌਪ ਦੇ ਦੁਕਾਨ ਦੇ ਵਿੱਚ ਜਾਣਾ ਹੈ, ਦੁਕਾਨ ਤੋਂ ਸਮਾਨ ਲੈਣਾ ਹੈ, ਮਤਲਬ ਕੋਈ ਵੀ ਸਮਾਨ ਲੈਣਾ, ਤਾਂ ਬੱਚੇ ਨੇ ਮੰਨ ਲਓ ਘਰ ਦਾ ਘਰੇਲੂ ਸਮਾਨ ਲੈਣਾ ਹੈ, ਤਾਂ ਉਹ ਜਦੋਂ ਲਿਖ ਕੇ ਲੈ ਕੇ ਜਾਏਗਾ, ਤੇ ਉਹ ਲਿਖ ਕੇ ਲੈ ਕੇ ਜਾਏਗਾ, ਉਹਦਾ ਦੁਕਾਨਦਾਰ ਵੀ ਬਿੱਲ ਬਣਾ ਕੇ ਦੇਗਾ ਪ੍ਰੋਪਰ ਉਹਨੂੰ। ਉਹਨੂੰ ਘਰੇ ਜਾ ਕੇ ਪਤਾ ਲੱਗਿਆ ਇਹ ਚੀਜ਼ ਕਿੰਨੇ ਦੀ ਹੈ। ਕਿ ਅਗਰ ਜੇ ਬੱਚਾ ਨਹੀਂ ਲਿਖੇਗਾ, ਸ਼ਾਇਦ ਉਹਨਾਂ ਵਿੱਚ ਇੱਕ ਜਾਂ ਦੋ ਚੀਜ਼ਾਂ ਰਹਿ ਜਾਣਗੀਆਂ, ਕਿਉਂਕਿ ਯਾਦ ਨਹੀਂ ਰਹਿੰਦਾ। ਆਪਾਂ ਅਕਸਰ ਆਪਣੇ ਨਾਲ ਵੀ ਹੋਇਆ, ਜੇ ਯਾਦ ਕਰਕੇ ਜਾਂਦੇ ਇੱਕ ਅੱਧੀਆਂ ਚੀਜ਼ਾਂ ਰਹਿ ਜਾਂਦੀਆਂ ਨੇ ਖਰੀਦਣ ਲੱਗੇ, ਤੇ ਬੱਚਾ ਚੰਗੀ ਤਰ੍ਹਾਂ ਖਰੀਦ ਸਕੇ, ਉਹਦਾ ਬਿੱਲ ਬਣਾ ਸਕੇ, ਮਿਲਾ ਸਕੇ, ਤਾਂ ਜੋ ਉਹਦੇ ਵਿੱਚ ਕੋਈ ਹੇਰ ਫੇਰ ਨਾ ਹੋ ਸਕੇ। ਇਹ ਦੈਨਿਕ ਜੀਵਨ ਦੀ। ਉਸ ਤੋਂ ਬਾਅਦ ਗੱਲ ਕਰਦੇ ਆ ਚੌਥੇ ਪੁਆਇੰਟ ਦੀ, ਸੀਮਤ ਯਾਦ ਸ਼ਕਤੀ ਦਾ ਬਦਲ। ਦੇਖੋ, ਇਹਦੇ ਵਿੱਚ ਮਨੁੱਖ ਦੀ ਜਿਹੜੀ ਯਾਦ ਸ਼ਕਤੀ ਉਹ ਸੀਮਤ ਰਹਿੰਦੀ ਹੈ। ਇਹਦੇ ਵਿੱਚ ਵੀ ਇਹ ਯਾਦ ਸ਼ਕਤੀ ਸੀਮਤ ਰਹਿੰਦੀ ਹੈ ਕਿ ਅਗਰ ਕੋਈ ਮਨੁੱਖ ਯਾਦ ਕਰਦਾ ਹੈ, ਤਾਂ ਉਹਨੂੰ ਬਹੁਤ ਲੰਮੇ ਸਮੇਂ ਤੱਕ ਯਾਦ ਨਹੀਂ ਰੱਖ ਸਕਦਾ, ਜਾਂ ਬਹੁਤ ਕੁਛ ਯਾਦ ਨਹੀਂ ਰੱਖ ਸਕਦਾ। ਮਤਲਬ ਲੰਮੇ ਸਮੇਂ ਤੱਕ ਇਹੋ ਜਿਹੀਆਂ ਚੀਜ਼ਾਂ ਜਿਹੜਾ ਮਨੁੱਖ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਲਗਾ ਲੈਂਦੇ ਆ, ਕਿ ਯਾਦ ਰੱਖਣੀਆਂ ਬਹੁਤ ਮੁਸ਼ਕਲ ਆ, ਤੇ ਬਹੁਤ ਸਾਰੀਆਂ ਯਾਦ ਰੱਖ ਲੈਂਦਾ, ਬਹੁਤ ਸਾਰੀਆਂ ਯਾਦ ਨਹੀਂ ਰੱਖ ਸਕਦਾ ਲੰਮੇ ਸਮੇਂ ਤੱਕ। ਇੱਕ ਸਮੇਂ ਤੱਕ ਤਾਂ ਰੱਖ ਸਕਦਾ, ਇਹਦੀ ਵੀ ਇੱਕ ਲਿਮਿਟ ਆ, ਇੱਕ ਸੀਮਾ ਹੁੰਦੀ ਹੈ ਵੀ ਇੱਥੋਂ ਤੱਕ ਯਾਦ ਰੱਖ ਸਕਦਾ। ਉਹ ਲੰਮੇ ਸਮੇਂ ਤੱਕ ਯਾਦ ਰੱਖਣਾ ਕਿਵੇਂ ਆ? ਜੇਕਰ ਉਹ ਲਿਖੇਗਾ, ਮਨੁੱਖ ਲੰਮੇ ਸਮੇਂ ਤੱਕ ਆਪਣੀਆਂ ਚੀਜ਼ਾਂ ਨੂੰ ਯਾਦ ਰੱਖਣ ਲਈ ਉਹ ਲਿਖ ਕੇ ਲੈ ਕੇ ਉਸਦਾ ਉਪਯੋਗ ਕਰੇਗਾ। ਪਰ ਉਦਾਹਰਨ ਦੇ ਤੌਰ ਤੇ ਚੱਲਦੇ ਆ, ਜਿਵੇਂ ਆਪਾਂ ਇਹਦੇ ਵਿੱਚ ਦੇਖਿਓ ਕਿ ਲੋਕ ਗੀਤ ਅਲੋਪ ਹੋਣ ਦਾ ਕਾਰਨ ਕੀ ਆ? ਮੌਖਿਕ ਯਾਦ ਰੱਖਣਾ ਸੀਗਾ। ਦੇਖੋ, ਤੁਹਾਨੂੰ ਪਹਿਲੇ ਦੱਸ ਚੁੱਕਿਆ, ਮੌਖਿਕ ਯਾਦ ਰੱਖਣਾ ਮਤਲਬ ਕਿ ਜ਼ੁਬਾਨੀ ਯਾਦ ਰੱਖਣਾ ਕਿਤੇ ਨਾ ਕਿਤੇ ਦਿਨੋਂ ਦਿਨ ਘਟਦਾ ਜਾਂਦਾ ਹੈ। ਦੇਖੋ, ਆਪਾਂ ਪੰਜਾਬੀ ਦੀ ਭਾਸ਼ਾ ਦੀ ਗੱਲ ਕਰੀਏ, ਪੰਜਾਬੀ ਭਾਸ਼ਾ ਦੇ ਏਦਾਂ ਦੇ ਬਹੁਤ ਸ਼ਬਦ ਨੇ ਜਿਹੜੇ ਅਲੋਪ ਹੋ ਚੁੱਕੇ ਨੇ, ਆਪਾਂ ਨੂੰ ਵੀ ਨਹੀਂ ਪਤਾ, ਆਪਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ। ਸ਼ਬਦ ਅਲੋਪ ਹੋ ਗਏ ਕਿਉਂਕਿ ਉਹਦੀ ਥਾਂ ਤੇ ਇੰਗਲਿਸ਼ ਸ਼ਬਦਾਂ ਨੇ ਥਾਂ ਲੈ ਲਈ ਹੈ। ਤੁਹਾਨੂੰ ਸਭ ਨੂੰ ਪਤਾ ਹੈ। ਜਦੋਂ ਮੈਂ ਪੜ੍ਹਾ ਰਿਹਾ, ਤਾਂ ਮੈਂ ਵੀ ਕਿਤੇ ਨਾ ਕਿਤੇ ਅੰਗਰੇਜ਼ੀ 'ਚ ਸ਼ਬਦ ਵਰਤ ਰਿਹਾ, ਪੰਜਾਬੀ ਦੇ ਪੂਰਨ ਤੌਰ ਤੇ ਨਹੀਂ ਵਰਤ ਰਿਹਾ, ਪੰਜਾਬੀ ਦੇ ਵਿੱਚ ਨਹੀਂ ਪੜ੍ਹਾ ਰਿਹਾ, ਕਿਤੇ ਨਾ ਕਿਤੇ ਮੈਂ ਵੀ ਵਰਤ ਰਿਹਾ। ਇਸ ਕਰਕੇ ਕਿ ਆਪਾਂ ਜੇਕਰ ਇਹਨੂੰ ਲਿਖਦੇ ਹੁੰਦੇ, ਇਹ ਸ਼ਬਦਾਂ ਨੂੰ ਲਿਖਦੇ, ਅੱਗੇ ਅੱਗੇ ਲੈ ਕੇ ਜਾਂਦੇ, ਸ਼ਾਇਦ ਇਹ ਲੰਮੇ ਸਮੇਂ ਤੱਕ ਆਪਾਂ ਯਾਦ ਰੱਖ ਸਕਦੇ। ਪਰੰਤੂ ਬਹੁਤ ਸਾਰਾ ਪੰਜਾਬੀ ਇਤਿਹਾਸ ਆ ਜਿਹੜਾ ਆਪਣੇ ਕੋਲੇ ਲਿਖਤ ਰੂਪ ਦੇ ਵਿੱਚ ਨਹੀਂ ਹੈ। ਕੀ ਨਹੀਂ ਹੈ? ਲਿਖਤ ਰੂਪ ਦੇ ਵਿੱਚ ਨਹੀਂ ਹੈ। ਇਸ ਕਰਕੇ ਇਹ ਅਲੋਪ ਹੋ ਰਹੇ ਨੇ, ਲਿਖੇ ਨਹੀਂ ਗਏ। ਬਹੁਤ ਸਾਰੇ ਨਾਵਲ, ਕਹਾਣੀਆਂ ਤੇ ਆਪਣੇ ਲੋਕ ਗੀਤ, ਲੋਕ ਘਟਨਾਵਾਂ ਜਿਹੜੀਆਂ ਆਪਾਂ ਨਹੀਂ ਲਿਖ ਸਕਦੇ। ਲੰਮੇ ਸਮੇਂ ਤੱਕ ਯਾਦ ਰੱਖਣ ਲਈ ਲਿਖਣਾ ਜ਼ਰੂਰੀ ਹੈ, ਤੁਹਾਨੂੰ ਪਹਿਲੇ ਦੱਸ ਚੁੱਕੇ ਹਾਂ। ਉਹ ਤੋਂ ਪੰਜਵਾਂ ਜਿਹੜਾ ਆਪਣਾ ਪੁਆਇੰਟ ਹੈ, ਸਿੱਖਿਆ ਪ੍ਰਣਾਲੀ ਦਾ ਜ਼ਰੂਰੀ ਅੰਗ ਹੈ। ਦੇਖੋ, ਬੱਚਾ ਵਾਚਨ ਕਰੇਗਾ, ਉਹਦੇ ਨਾਲ ਅਧੂਰਾ ਸਿੱਖੇਗਾ, ਕਹਿ ਸਕਦੇ ਅਧੂਰਾ।
ਅਧੂਰਾ ਸਿੱਖੇਗਾ, ਪਰੰਤੂ ਜੇਕਰ ਲਿਖੇਗਾ ਉਹ ਫਿਰ ਪੂਰਨ ਤੌਰ ਤੇ ਸਿੱਖੇਗਾ। ਇਸ ਕਰਕੇ ਸਿੱਖਿਆ ਪ੍ਰਣਾਲੀ ਦੇ ਵਿੱਚ ਜਿਵੇਂ ਇੱਥੇ ਗੱਲ ਕਰੀਏ, ਅਧਿਆਪਕ ਨੂੰ ਪੜ੍ਹਾਉਣ ਲਈ ਬਹੁਤ ਸਾਰੇ ਸਰੋਤਾਂ ਦਾ ਅਧਿਐਨ ਕਰਨਾ ਪੈਂਦਾ। ਦੇਖੋ ਅਧਿਆਪਕ ਨੇ ਪੜ੍ਹਾਉਣਾ ਹੈ, ਪਹਿਲਾਂ ਅਧਿਆਪਕ ਨੂੰ ਤਾਂ ਪੜ੍ਹਨਾ ਪੈਣਾ ਹੈ। ਜੇਕਰ ਪੜ੍ਹਾਏਗਾ ਅਧਿਆਪਕ ਤਾਂ ਜੋ ਪਹਿਲਾਂ ਪੜ੍ਹਿਆ ਹੋਵੇਗਾ, ਪੜ੍ਹੇਗਾ ਤਾਂ ਜੇ ਪਹਿਲਾਂ ਲਿਖਿਆ ਹੋਏਗਾ। ਜੇ ਕੋਈ ਸਰੋਤ ਲਿਖਿਆ ਹੋਏਗਾ ਤਾਂ ਹੀ ਤਾਂ ਅਧਿਆਪਕ ਪੜ੍ਹ ਸਕਦਾ ਹੈ, ਫਿਰ ਪੜ੍ਹਾ ਸਕਦਾ ਹੈ। ਇਸ ਤਰ੍ਹਾਂ ਲਿਖਿਆ ਹੋਣਾ ਜ਼ਰੂਰੀ ਹੈ ਇੱਕ ਅਧਿਆਪਕ ਦੀ ਜ਼ਿੰਦਗੀ ਦੇ ਵਿੱਚ। ਤੇ ਜੇ ਵਿਦਿਆਰਥੀ ਵੀ ਇਸ ਤਰ੍ਹਾਂ ਹੀ ਹੈ, ਜੇ ਉਹਨਾਂ ਨੂੰ ਲਿਖਿਆ ਨਹੀਂ ਮਿਲੇਗਾ ਉਹ ਯਾਦ ਕਿੱਦਾਂ ਰੱਖ ਸਕਣਗੇ, ਸਮਝਣਗੇ ਕਿੱਦਾਂ। ਲਿਖਣਾ ਅਧਿਆਪਕ ਦੇ ਲਈ ਤੇ ਵਿਦਿਆਰਥੀਆਂ ਲਈ ਦੋਨਾਂ ਲਈ ਜ਼ਰੂਰੀ ਹੈ। ਆਪਾਂ ਦੇਖੀਏ ਆਪਾਂ ਕਿਸੇ ਨੇ ਆਪਾਂ ਨੂੰ ਕੁਛ ਪੜ੍ਹਾਇਆ ਹੈ ਤਾਂ ਆਪਾਂ ਨੂੰ ਲਿਖਤ ਰੂਪ ਦੇ ਵਿੱਚ ਨਹੀਂ ਦਿੱਤਾ, ਉਹ ਯਾਦ ਨਹੀਂ ਰੱਖ ਸਕਦੇ। ਇਸ ਕਰਕੇ ਕਹਿ ਰਹੇ ਆਪਣੇ ਨੋਟਸ ਆਪ ਬਣਾਓ। ਇਹ ਤੁਹਾਨੂੰ ਨਾਲ ਨਾਲ ਦੱਸਦਾ ਪਿਆ, ਜਿਵੇਂ ਜਿਵੇਂ ਤੁਹਾਨੂੰ ਪੜ੍ਹਾ ਰਿਹਾ ਮੈਂ, ਤੇ ਆਪਣੇ ਨੋਟਸ ਤਿਆਰ ਕਰਦੇ ਜਾਓ ਨਾਲ ਦੀ ਨਾਲ। ਦੇਖੋ ਮੁੱਖ ਮੁੱਖ ਬਿੰਦੂ ਸਰੋਤ ਵਿੱਚ ਅਧਿਆਪਕ ਅਲੱਗ-ਅਲੱਗ ਲਿਖਦਾ ਹੈ। ਦੇਖੋ ਅਲੱਗ-ਅਲੱਗ ਅਧਿਆਪਕ ਨੂੰ ਮਿਲੇਗਾ ਮੁੱਖ ਮੁੱਖ ਬਿੰਦੂ, ਉਹ ਆਪਣੀ ਕਾਪੀ ਉੱਪਰ ਨੋਟ ਕਰੇਗਾ, ਫਿਰ ਬੱਚਿਆਂ ਨੂੰ ਪੜ੍ਹਾਏਗਾ। ਉਸ ਬਿੰਦੂ ਤੋਂ ਸਹੀ ਤਰੀਕੇ ਨਾਲ ਨੋਟਸ ਬਣਾਏਗਾ। ਇਸ ਲਈ ਸਿੱਖਿਆ ਪ੍ਰਣਾਲੀ ਦਾ ਜ਼ਰੂਰੀ ਅੰਗ ਹੈ, ਵਿਦਿਆਰਥੀ ਲਈ ਤੇ ਅਧਿਆਪਕ ਲਈ ਦੋਨਾਂ ਲਈ ਦੱਸ ਦਿੱਤਾ ਹੈ। ਜੇਕਰ ਉਹਨੂੰ ਨੋਟਸ ਨਹੀਂ ਮਿਲਣਗੇ, ਲਿਖਤ ਰੂਪ ਦੇ ਵਿੱਚ ਵਿਦਿਆਰਥੀ ਨਹੀਂ ਮਿਲੇਗਾ, ਯਾਦ ਨਹੀਂ ਰੱਖ ਸਕਦਾ। ਸਰੋਤ ਅਗਰ ਅਧਿਆਪਕ ਨੂੰ ਨਹੀਂ ਮਿਲਣਗੇ, ਉਹ ਪੜ੍ਹ ਨਹੀਂ ਸਕਦਾ ਤੇ ਲਿਖਿਆ ਹੋਇਆ ਨਹੀਂ ਮਿਲਦਾ, ਤੇ ਉਹ ਕਿੱਦਾਂ ਪੜ੍ਹਾਏਗਾ, ਨਹੀਂ ਪੜ੍ਹਾ ਸਕਦਾ। ਇਸ ਕਰਕੇ ਸਿੱਖਿਆ ਪ੍ਰਣਾਲੀ ਦੇ ਵਿੱਚ ਵੀ ਬਹੁਤ ਵੱਡਾ ਮਹੱਤਵ ਹੈ। ਜਿਵੇਂ ਪਾਠ ਦੀ ਗੱਲ ਕਰੀਏ, ਪ੍ਰੀਖਿਆ ਲਈ ਜ਼ਰੂਰੀ। ਦੇਖੋ ਭਾਸ਼ਾ ਵਾਚਨ ਕਰ ਸਕਦੇ ਹਾਂ, ਫਿਰ ਉਹਦਾ ਪ੍ਰੀਖਣ ਜਾਂ ਮੁਲਾਂਕਣ ਕਿਵੇਂ ਕਰਾਂਗੇ? ਮੁਲਾਂਕਣ ਬਹੁਤ ਔਖਾ, ਪਰੰਤੂ ਜੇਕਰ ਲਿਖਤ ਦੇ ਆਧਾਰ ਤੇ ਆਪਾਂ ਕਰੀਏ ਫਿਰ ਮੁਲਾਂਕਣ ਹੈ ਹੋ ਸਕਦਾ। ਇਹ ਹੋ ਸਕਦਾ, ਇਹਦੇ ਵਿੱਚ ਵੀ ਪੜ੍ਹਦੇ ਹਾਂ। ਆਧੁਨਿਕ ਅੱਜ ਦੀ ਸਿੱਖਿਆ ਪ੍ਰਣਾਲੀ, ਜਿਹੜਾ ਸਿੱਖਿਆ ਪ੍ਰਣਾਲੀ ਆ ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਪ੍ਰੀਖਿਆ ਤੋਂ ਬਿਨਾਂ ਵਿਦਿਆਰਥੀ ਦਾ ਮਾਨਸਿਕ ਤੇ ਬੌਧਿਕ ਵਿਕਾਸ ਦਾ ਮੁਲਾਂਕਣ ਅਸੰਭਵ ਨਹੀਂ ਹੈ। ਮਤਲਬ ਕਿ ਅਸੰਭਵ ਆ, ਇਹਨੂੰ ਕਹਿ ਸਕਦੇ ਹੋ ਅਸੰਭਵ ਆ ਮੁਲਾਂਕਣ। ਅਗਰ ਤੁਸੀਂ ਸਿੱਖਿਆ ਪ੍ਰਣਾਲੀ ਦੇ ਵਿੱਚ ਮਾਨਸਿਕਤਾ ਤੇ ਬੌਧਿਕ ਵਿਕਾਸ ਦਾ ਮੁਲਾਂਕਣ ਕਰਨਾ ਹੈ, ਅਗਰ ਉਹ ਲਿਖਤ ਰੂਪ ਦੇ ਵਿੱਚ ਨਹੀਂ ਹੋਏਗਾ ਤਾਂ ਵਿਦਿਆਰਥੀ ਦਾ ਮਾਨਸਿਕ ਤੇ ਬੌਧਿਕ ਵਿਕਾਸ ਜਿਹੜਾ ਹੋਇਆ ਉਹ ਮੁਲਾਂਕਣ ਨਹੀਂ ਕਰ ਸਕੇ, ਪਤਾ ਨਹੀਂ ਕਰ ਸਕਦੇ। ਇਸ ਲਈ ਕਿਸੇ ਵੀ ਸਕੂਲ ਨੂੰ, ਕਿਸੇ ਵੀ ਸੰਸਥਾ ਨੂੰ ਪ੍ਰੀਖਿਆ ਲੈਣੀ ਜ਼ਰੂਰੀ ਹੁੰਦੀ ਹੈ, ਤਾਂ ਮਾਨਸਿਕਤਾ ਦੇ ਲਈ, ਬੌਧਿਕ ਵਿਕਾਸ ਲਈ, ਜਾਣਨ ਦੇ ਲਈ। ਦੇਖੋ ਪ੍ਰੀਖਿਆ ਮੁੱਖ ਤੌਰ ਤੇ ਲਿਖਤੀ ਹੀ ਹੁੰਦੀ ਆ। ਆਪਾਂ ਦੇਖਦੇ ਹਾਂ ਕਿ ਆਪਾਂ ਜੇਕਰ ਗੱਲ ਕਰੀਏ ਸੀਟੈਟ ਦੀ, ਸੀਟੈਟ ਲਿਖਤ ਰੂਪ ਦੇ ਵਿੱਚ ਆ, ਪੀਐਸਟੈਟ ਲਿਖਤ ਰੂਪ ਦੇ ਵਿੱਚ ਹੈ। ਹੋਰ ਪੰਜਾਬ ਦੇ ਬਹੁਤ ਸਾਰੇ ਪੇਪਰ ਹੈ, PSSS ਵੀ ਹੈ, PPSC ਦੇ ਪੇਪਰ ਹੈ, ਬਹੁਤ ਸਾਰੇ ਇਦਾਂ ਦੇ ਪੇਪਰ ਹੈ, ਪੁਲਿਸ ਦੇ ਹੈ। ਤਾਂ ਉਹ ਲਿਖਤ ਰੂਪ ਦੇ ਵਿੱਚ ਹੁੰਦੇ। ਕਿਉਂ ਹੁੰਦੇ ਆ? ਕਿਉਂਕਿ ਉਹਦੀ ਲਿਖਤ ਦੇ ਨਾਲ ਪਤਾ ਲੱਗ ਜਾਂਦਾ ਉਹਦਾ ਬੌਧਿਕ ਵਿਕਾਸ ਤੇ ਮਾਨਸਿਕਤਾ ਦੇ ਬਾਰੇ। ਉਸ ਤੋਂ ਪ੍ਰੀਖਿਆ ਵਿੱਚ ਵਧੀਆ ਅੰਕ ਲੈਣ ਤੋਂ ਬਾਅਦ ਹੀ ਜਿਹੜਾ ਵਿਦਿਆਰਥੀ ਅਗਲੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਵਿਦਿਆਰਥੀ ਲਈ ਕੀ ਹੈ ਪ੍ਰੀਖਿਆ, ਕਿਉਂ ਜ਼ਰੂਰੀ ਹੈ? ਜੇਕਰ ਵਿਦਿਆਰਥੀ ਨੂੰ ਅਗਲੀ ਜਮਾਤ ਦੇ ਵਿੱਚ ਭੇਜਣ ਲਈ ਆਪਾਂ ਕਿਸ ਚੀਜ਼ ਦਾ ਪ੍ਰਯੋਗ ਕਰਾਂਗੇ? ਦੇਖੋ ਵਾਚਨ ਦਾ ਤਾਂ ਨਹੀਂ ਕਰ ਸਕਦੇ, ਪਰੰਤੂ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦੇ ਦਿੰਦਾ। ਆਪਾਂ ਪੁਰਾਣੇ ਸਹੀ ਕਰ ਲਿਓ, ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਜਾਂ ਪੁਰਾਣੇ ਸਮੇਂ ਦੀ ਗੱਲ ਕਰ ਲਈਏ, ਉਸ ਸਮੇਂ ਦੀ, ਉਹਦੇ ਵਿੱਚ ਇਹ ਪਾਠਸ਼ਾਲਾ ਹੁੰਦੀਆਂ ਸੀ। ਤੇ ਪਾਠਸ਼ਾਲਾ 'ਚ ਕੀ ਸੀ? ਮੌਖਿਕ ਵਾਚਨ ਕਰਵਾਇਆ ਜਾਂਦਾ ਸੀ। ਮੌਖਿਕ ਵਾਚਨ ਕਰਵਾਇਆ ਜਾਂਦਾ ਸੀ। ਮੌਖਿਕ ਵਾਚਨ ਕਰਵਾਇਆ ਜਾਂਦਾ ਸੀ। ਵਿਦਿਆਰਥੀ ਉਸਨੂੰ ਸਿੱਖਦੇ ਸੀਗੇ, ਪਰੰਤੂ ਉਹਨਾਂ ਦਾ ਮੁਲਾਂਕਣ ਕਿਸ ਤਰ੍ਹਾਂ ਹੁੰਦਾ ਸੀ? ਉਹ ਵੀ ਵਾਚਨ ਦੇ ਥਰੂ ਹੀ ਹੁੰਦਾ ਸੀ, ਮੌਖਿਕ ਦੇ ਥਰੂ ਹੁੰਦਾ ਸੀ। ਪਰੰਤੂ ਇਸ ਨੂੰ ਲੰਮੇ ਸਮੇਂ ਤੱਕ ਨਹੀਂ ਸਾਂਭ ਕੇ ਰੱਖ ਸਕਦੇ ਸੀ। ਇਸ ਕਰਕੇ ਇਹ ਕਿਤੇ ਨਾ ਕਿਤੇ ਇਹਦੀ ਕਮੀ ਹੈ। ਬੱਚਿਆਂ ਦਾ ਸਹੀ ਕਰ ਨਹੀਂ ਸਕਦੇ। ਦੇਖੋ ਬੱਚੇ ਨੂੰ ਕਈ ਵਾਰੀ ਆਉਂਦਾ ਹੁੰਦਾ, ਨਹੀਂ ਬੋਲ ਸਕਦਾ, ਕਈ ਵਾਰੀ ਉਹਨੂੰ ਬੋਲਣ ਦੇ ਵਿੱਚ ਦਿੱਕਤ ਹੁੰਦੀ ਹੈ, ਕਈ ਵਾਰੀ ਉਹ ਸ਼ਬਦ ਨਹੀਂ ਚੇਤੇ ਕਰ ਸਕਦਾ, ਲਿਖਣ ਦੇ ਨਾਲ ਉਹਦੇ ਚੇਤੇ ਆ ਜਾਂਦਾ ਤੇ ਯਾਦ ਕਰ ਸਕਦਾ। ਇਸ ਕਰਕੇ ਪਾਠਸ਼ਾਲਾ ਦਾ ਜਿਹੜਾ ਕਨਸੈਪਟ ਆ, ਜਿਹੜਾ ਹੈ, ਉਹ ਕਿਤੇ ਨਾ ਕਿਤੇ ਓਲਡ ਆ, ਪਰ ਅੱਜ ਦੀ ਆਧੁਨਿਕ ਪ੍ਰੀਖਿਆ ਲਈ ਲਿਖਣਾ ਜ਼ਰੂਰੀ ਹੈ। ਇਸ ਲਈ ਆਪਾਂ ਅਗਲੀ ਜਮਾਤ ਦੇ ਵਿੱਚ ਭੇਜਣ ਦੇ ਲਈ ਉਹਦੀ ਲਿਖਤੀ ਰੂਪ ਦੇ ਵਿੱਚ ਪ੍ਰੀਖਿਆ ਲੈਂਦੇ ਹਾਂ। ਅੱਗੇ ਚੱਲਦੇ ਹਾਂ, ਕਿੱਤਾਕਾਰੀ ਮਹੱਤਵ। ਇਸ ਦਾ ਕਿੱਤਾਕਾਰੀ ਮਹੱਤਵ ਹੈ। ਦੇਖੋ ਵੱਖ-ਵੱਖ ਕਿੱਤਿਆਂ ਦੇ ਵਿੱਚ ਆਦਾਨ ਪ੍ਰਦਾਨ ਲਿਖਤ ਭਾਸ਼ਾ ਵਿੱਚ ਕੀਤੀ ਜਾਂਦੀ ਹੈ। ਦੇਖੋ ਕੋਈ ਵੀ ਕੰਮ ਕਰਦੇ ਆ, ਚਾਹੇ ਆਪਾਂ ਅਧਿਆਪਕ ਦੀ ਗੱਲ ਕਰ ਲਈਏ, ਵਪਾਰ ਦੀ ਗੱਲ ਕਰਦੇ ਹਾਂ, ਕੰਮ ਦੀ ਗੱਲ ਕਰਦੇ ਆ, ਬਿਜ਼ਨਸ ਦੀ ਕੰਮ, ਕੋਈ ਵੀ ਕੰਮ ਆ ਗਿਆ, ਕੋਈ ਸਰਕਾਰੀ ਕੰਮ ਆ ਗਿਆ, ਉਹਨਾਂ ਦੇ ਵਿੱਚ ਕਿਸ ਦੀ ਮਹੱਤਤਾ ਹੁੰਦੀ ਆ? ਲਿਖਣ ਦੀ। ਆਪਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਇਹ ਚੀਜ਼ ਹੋਈ ਆ ਜਾਂ ਨਹੀਂ ਹੋਈ? ਉਹ ਲਿਖਤ ਰੂਪ ਦੇ ਵਿੱਚ ਲਿਖੀ ਜਾਂਦੀ ਆ ਕਿਸੇ ਵੀ ਕੰਮਾਂ ਵਿੱਚ।
ਜਿਵੇਂ ਕਿ ਆਦਾਨ ਪ੍ਰਦਾਨ ਕਰਨ ਦੇ ਲਈ ਲਿਖਤ ਭਾਸ਼ਾ ਦੀ ਵਰਤੋਂ ਕੀਤੀ ਹੈ। ਜਿਵੇਂ ਦਫ਼ਤਰਾਂ ਦੇ ਰਿਕਾਰਡ ਦੇ ਲਈ, ਕੋਈ ਵੀ ਸਰਕਾਰੀ ਦਫ਼ਤਰ ਆ ਉਹਨਾਂ ਦੀ ਕੋਰਟ ਦੇ ਫੈਸਲੇ ਲਿਖਤ ਰੂਪ ਦੇ ਵਿੱਚ ਹੁੰਦੇ ਆ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਓਬਜੈਕਸ਼ਨ ਨਾ ਕਰ ਸਕੇ ਵੀ ਇਹ ਚੀਜ਼ਾਂ ਏਦਾਂ ਕਿਉਂ ਹੋਈਆਂ। ਜ਼ਮੀਨ ਦਾ ਹਿਸਾਬ ਕਿਤਾਬ ਲਾਉਣ ਲਈ, ਹੋਰ ਬਹੁਤ ਸਾਰੇ ਕਿੱਤਾਕਾਰੀ ਕੰਮਾਂ ਦੇ ਵਿੱਚ ਜੇ ਕੋਈ ਮੰਨ ਲਓ ਮਿਸਤਰੀ ਹੈ ਕਿਸੇ ਵੀ ਚੀਜ਼ ਦਾ, ਉਹਨੇ ਸਮਾਨ ਮੰਗਵਾਉਣਾ, ਕੋਈ ਵੀ ਕੰਮ ਸ਼ੁਰੂ ਕਰਨਾ ਤੇ ਉਹਨੇ ਸਮਾਨ ਮੰਗਵਾਉਣਾ, ਜੇਕਰ ਉਹ ਲਿਖਤ ਰੂਪ ਦੇ ਵਿੱਚ ਦੇਗਾ, ਦੁਕਾਨਦਾਰ ਕੋਲੇ ਘਰ ਵਾਲਾ ਜਾਏਗਾ, ਉਹ ਲਿਖਤ ਰੂਪ ਦੇ ਵਿੱਚ ਜਾਏਗਾ, ਫਿਰ ਸਾਰਾ ਸਮਾਨ ਸਹੀ ਆਏਗਾ, ਕਿਹੜਾ ਕਿਹੜਾ ਮੰਗਾਇਆ ਸਾਰਾ ਸਮਾਨ ਸਹੀ ਆ ਜਾਏਗਾ। ਪਰੰਤੂ ਉਹ ਲਿਖਤ ਰੂਪ ਦੇ ਵਿੱਚ ਨਹੀਂ ਹੋਇਆ, ਫਿਰ ਤਾਂ ਉਹ ਅੱਧਾ ਹੀ ਆਏਗਾ। ਸ਼ਾਇਦ ਬਹੁਤ ਸਾਰੇ ਸਮਾਨ ਇਸ ਤਰ੍ਹਾਂ ਹੁੰਦਾ ਕਿ ਮਿਸਤਰੀ ਨੂੰ ਪਤਾ ਹੁੰਦਾ ਉਹਦਾ ਨਾਂ, ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ, ਇਸ ਕਰਕੇ ਫਿਰ ਉਹ ਨਹੀਂ ਲਿਆ ਸਕਦਾ। ਇਸ ਕਰਕੇ ਲਿਖਤ ਰੂਪ ਮਨੁੱਖੀ ਜੀਵਨ ਦੇ ਵਿੱਚ ਬਹੁਤ ਹੀ ਮਹੱਤਵ ਰੱਖਦਾ। ਨੈਕਸਟ ਪੁਆਇੰਟ ਆ ਲੋਕਤਾਂਤਰਿਕ ਵਿਕਾਸ ਵਿੱਚ। ਦੇਖੋ ਲੋਕਤਾਂਤਰਿਕ ਵਿਕਾਸ ਵਿੱਚ ਕਿਸ ਤਰ੍ਹਾਂ, ਕਿਵੇਂ ਅਸੀਂ ਆਪਣੇ ਵਿਚਾਰ ਕਿਸੇ ਹੋਰਾਂ ਤੱਕ ਪਹੁੰਚਾਉਣੇ ਆ। ਲੋਕਤਾਂਤਰਿਕ ਆਪਾਂ ਡੈਮੋਕ੍ਰੇਟਿਕ ਦੀ ਗੱਲ ਕਰ ਲਈਏ, ਅਗਰ ਤੁਹਾਨੂੰ ਨਹੀਂ ਆਇਆ ਸਮਝ ਵੀ ਲੋਕਤਾਂਤਰਿਕ ਦੋ, ਇੱਕ ਤਾਂ ਸਰਕਾਰ ਦੇ ਵਿੱਚ ਕੰਮ ਆਉਂਦਾ, ਸਰਕਾਰ ਬਣਾਉਣ ਦੇ ਵਿੱਚ, ਇੱਕ ਆਪਣੇ ਆਉਂਦਾ ਵੀ ਆਪਾਂ ਕਿਵੇਂ ਆ, ਉਹਨਾਂ ਦੋਨਾਂ ਦੇ ਫਰਕ ਆ। ਉਹ ਸਰਕਾਰ ਦੇ ਵਿੱਚ ਕੀ ਆ ਕਿ ਕੋਈ ਸਰਕਾਰ ਦੀ ਨੀਤੀ ਹੈ ਉਹ ਲਿਖਤ ਰੂਪ ਦੇ ਵਿੱਚ ਅਗਰ ਛਪੇਗੀ ਅਖਬਾਰਾਂ ਦੇ ਵਿੱਚ, ਜਲਦੀ ਪਹੁੰਚ ਜਾਏਗੀ, ਕਿਤੇ ਨਾ ਕਿਤੇ ਸਮਾਜ ਵਿਕਾਸ ਹੋਏਗਾ। ਸਰਕਾਰ ਦੀ ਕੋਈ ਸਕੀਮ ਹੈ, ਸਰਕਾਰ ਦੇ ਕੰਮ ਹੈ, ਸਰਕਾਰ ਦੀਆਂ ਨੌਕਰੀਆਂ ਨੇ, ਉਹ ਲਿਖਤ ਰੂਪ ਦੇ ਵਿੱਚ ਆਪਾਂ ਨੂੰ ਮਿਲਦੀਆਂ ਨੇ ਲੋਕਤਾਂਤਰਿਕ ਦੇ ਵਿੱਚ। ਜਿਵੇਂ ਆਪਣੇ ਆ ਲੋਕਤਾਂਤਰਿਕ ਵਿੱਚ ਆਪਾਂ ਆਪਣਾ ਵਿਕਾਸ, ਇਹਦੇ ਵਿੱਚ ਕੀ ਆ, ਆਪਾਂ ਕੋਈ ਵੀ ਆਪਣੇ ਵਿਚਾਰ ਲਿਖ ਕੇ ਪੇਸ਼ ਕਰ ਸਕਦੇ, ਕਿਸੇ ਅੱਗੇ ਬੋਲ ਕੇ ਪੇਸ਼ ਕਰ ਸਕਦੇ ਹਾਂ ਲਿਖਤ ਰੂਪ ਦੇ ਵਿੱਚ। ਬਹੁਤ ਸਾਰੇ ਜਿਵੇਂ ਆਪਾਂ ਲਿਖਣਾ ਸਵੈ ਪ੍ਰਗਟਾਵੇ ਦਾ ਸਭ ਤੋਂ ਉੱਤਮ ਤੇ ਵਧੀਆ ਜਾਂ ਸੌਖਾ ਸਾਧਨ ਹੈ। ਤੁਹਾਡੇ ਤੋਂ MCQ ਪੁੱਛਿਆ ਜਾ ਸਕਦਾ ਹੈ ਕਿ ਸਵੈ ਪ੍ਰਗਟਾਵੇ ਦਾ ਸਭ ਤੋਂ ਉੱਤਮ ਅਤੇ ਸੌਖਾ ਸਾਧਨ ਕਿਹੜਾ ਹੈ, ਤੁਸੀਂ ਕਹਿਣਾ ਹੈ ਲਿਖਣਾ। ਦੇਖੋ ਆਪਾਂ ਆਪਣੀ ਗੱਲ ਕਰ ਰਹੇ ਹਾਂ ਇਹਦੇ ਵਿੱਚ, ਆਪਾਂ ਕਿਵੇਂ ਆ ਅਖਬਾਰਾਂ ਵਿੱਚ ਆਪਾਂ ਆਪਣੀ ਕਹਾਣੀਆਂ ਲਿਖ ਸਕਦੇ ਹਾਂ, ਵਿਚਾਰ ਲਿਖਾ ਸਕਦੇ ਹਾਂ, ਰਸਾਲਿਆਂ ਦੇ ਵਿੱਚ ਕਿਤਾਬਾਂ ਪਬਲਿਸ਼ ਕਰਵਾ ਸਕਦੇ ਹਾਂ ਲੋਕਤਾਂਤਰਿਕ ਦੇ ਵਿੱਚ। ਠੀਕ ਆ, ਆਪਾਂ ਨੂੰ ਇਜਾਜ਼ਤ ਹੈ, ਆਪਾਂ ਨੂੰ ਆਜ਼ਾਦੀ ਹੈ ਚੀਜ਼ਾਂ ਕਰਨ ਦੀ। ਇਸ ਤਰ੍ਹਾਂ ਤੁਸੀਂ ਯਾਦ ਰੱਖ ਸਕਦੇ ਹੋ। ਨੌਵਾਂ ਮੋਸਟ ਇੰਪੋਰਟੈਂਟ, ਇਸ ਕਰਕੇ ਮੈਂ ਪੁਆਇੰਟ ਲੈਤਾ, ਇਹਨੂੰ ਥੋੜਾ ਜਿਹਾ ਵੱਡਾ ਕਰਕੇ ਮੈਂ ਦੱਸਿਆ। ਲਿਖਣ ਕਲਾ ਇੱਕ ਵਿਦਿਆਰਥੀ ਦਾ ਸਰੀਰਕ ਵਿਕਾਸ ਕਰਾਉਂਦੀ ਹੈ। ਬਹੁਤ ਸਾਰੇ ਸੋਚਣੇ ਕਿਵੇਂ ਵਿਕਾਸ ਹੁੰਦਾ ਆਪਣਾ, ਤਾਂ ਬੌਧਿਕ ਵੀ ਵਿਕਾਸ ਹੁੰਦਾ, ਨਹੀਂ, ਤੁਸੀਂ ਗਲਤ ਹੋ। ਜੇਕਰ ਤੁਹਾਨੂੰ MCQ ਇਸ ਤਰ੍ਹਾਂ ਦਾ ਪੁੱਛਿਆ ਗਿਆ, ਲਿਖਣ ਦੇ ਨਾਲ ਕਿਹੜੇ ਕਿਹੜੇ ਵਿਕਾਸ ਹੁੰਦੇ ਨੇ, ਸਰੀਰਕ ਵਿਕਾਸ, ਬੌਧਿਕ ਵਿਕਾਸ, ਲਿਖਣ ਵਿਕਾਸ, ਬੌਧਿਕ ਵਿਕਾਸ, ਦੋਨੇ ਹੀ, ਇਹਨਾਂ ਵਿੱਚ ਕੋਈ ਨਹੀਂ, ਤਾਂ ਤੁਸੀਂ C ਆਂਸਰ ਸਹੀ ਲਗਾਓਗੇ ਇਹਦੇ ਵਿੱਚ। ਲਿਖਣ ਕੌਸ਼ਲ ਦੇ ਨਾਲ ਸਰੀਰਕ ਵਿਕਾਸ ਹੁੰਦਾ ਤੇ ਮਾਨਸਿਕ ਜਾਂ ਬੌਧਿਕ ਵਿਕਾਸ ਹੁੰਦਾ ਹੈ। ਲਿਖਣ ਕੌਸ਼ਲ ਦੇ ਵਿੱਚ ਕਿਵੇਂ ਹੁੰਦਾ, ਫਾਈਨ ਮੋਟਰ, ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਫਾਈਨ ਮੋਟਰ ਸਕਿੱਲ ਕਿਹੜੀਆਂ ਹੁੰਦੀਆਂ ਨੇ, ਜਾਂ ਛੋਟੇ ਅੰਗੀ ਜਿਹੜੀਆਂ ਗਤੀਵਿਧੀਆਂ ਕਿਹੜੀਆਂ ਹੁੰਦੀਆਂ, ਜਿਵੇਂ ਆਪਾਂ ਲਿਖਣ ਦੇ ਵਿੱਚ ਉਂਗਲਾਂ ਵਰਤਦੇ ਹਾਂ, ਪੁੱਛਿਆ ਜਾ ਸਕਦਾ ਹੈ ਫਾਈਨ ਸਕਿੱਲ ਮੋਟਰ ਲਿਖਣ ਦੇ ਵਿੱਚ ਕਿਹੜੀਆਂ ਉਪਯੁਕਤ ਹੁੰਦੀਆਂ ਨੇ ਜਾਂ ਉਪਯੋਗ ਕਰਦਾ, ਤਾਂ ਉਹਦੇ ਵਿੱਚ ਉਂਗਲਾਂ ਲਿਖ ਸਕਦੇ ਹੋ। ਉਂਗਲਾਂ ਆਪਣੀਆਂ ਉਂਗਲਾਂ ਸਭ ਤੋਂ ਛੋਟੀਆਂ ਨੇ। ਉਸ ਤੋਂ ਬਾਅਦ ਕਰੀਏ ਫਾਈਨ ਮਤਲਬ ਛੋਟੀਆਂ, ਉਸ ਤੋਂ ਗ੍ਰੋਸ ਮੋਟਰ ਸਕਿੱਲ ਵੱਡੇ ਅੰਗਾਂ ਦੀ ਵਰਤੋਂ, ਇਹਦੇ ਵਿੱਚ ਬਾਂਹ ਗੀ, ਹੱਥਾਂ, ਮੋਢਾ, ਦਿਮਾਗ, ਇਹਦੇ ਵਿੱਚ ਹੈ। ਤੁਹਾਡੇ ਤੋਂ ਪੁੱਛਿਆ ਜਾ ਸਕਦਾ ਹੈ ਗ੍ਰੋਸ ਮੋਟਰ ਸਕਿੱਲ ਦੇ ਵਿੱਚ ਲਿਖਣ ਵਿੱਚ ਕਿਹੜੇ ਅੰਗਾਂ ਦੀ ਸਹਾਇਕ ਜਾਂ ਸਹਾਇਤਾ ਹੁੰਦੀ ਹੈ, ਤੁਸੀਂ ਕਹਿ ਸਕਦੇ ਹੋ ਇਹਦੀ ਆਪਸ਼ਨ ਹੈ ਤੁਹਾਡੇ ਕੋਲ। ਉਸ ਤੋਂ ਬਾਅਦ MCQ ਇੱਕ ਹੋਰ ਜ਼ਰੂਰੀ ਹੈ, ਇਹਦੇ ਵਿੱਚ ਪੁੱਛਿਆ ਜਾ ਸਕਦਾ ਹੈ ਲਿਖਣ ਕੌਸ਼ਲ ਜਾਂ ਲਿਖਣ ਕਲਾ ਵਿੱਚ ਮਜ਼ਬੂਤ ਹੁੰਦੀ ਆ। ਬਹੁਤ ਸਾਰੀ ਹੱਡੀਆਂ ਲਗਾ ਦੇਣਗੇ, ਹੋਰ ਬਹੁਤ ਸਾਰਾ ਬੌਧਿਕ ਵਿਕਾਸ ਹੁੰਦਾ, ਬਹੁਤ ਸਾਰਾ ਕਹਿਣਗੇ ਦਿਮਾਗ ਤੇਜ਼ ਹੁੰਦਾ, ਸਖਤ ਹੁੰਦਾ, ਮਜ਼ਬੂਤ, ਨਹੀਂ, ਇਹਦੇ ਵਿੱਚ ਜਿਹੜਾ ਸਹੀ ਉੱਤਰ ਆਵੇਗਾ ਮਾਸਪੇਸ਼ੀਆਂ। ਤਰ੍ਹਾਂ ਇਹ ਪੁੱਛੇ ਉਲਝਾ ਕੇ ਪੁੱਛਣਗੇ, ਕਿਤੇ ਨਾ ਕਿਤੇ ਤੁਹਾਨੂੰ ਲੱਗਣਗੇ ਬਹੁਤ ਸਾਰੇ ਇਦਾਂ ਦੇ MCQ ਹੋਣਗੇ ਜਿਹੜੇ ਤੁਹਾਨੂੰ ਲੱਗਣਗੇ ਇਹਨਾਂ ਦੇ ਚਾਰੋਂ ਆਂਸਰ ਸਹੀ ਆ, ਕਈਆਂ ਨੂੰ ਲੱਗਣਗੇ ਇਹਦਾ ਪਹਿਲਾ ਵੀ ਸਹੀ ਆ, ਦੂਸਰਾ ਵੀ ਸਹੀ ਆ, ਫਿਰ ਸਹੀ ਕਿਹੜਾ, ਸਮਝ ਕੇ ਚੱਲਿਓ ਸਾਰੀਆਂ ਚੀਜ਼ਾਂ। ਉਸ ਤੋਂ ਬਾਅਦ ਕੀ ਆ, ਲਿਖਣ ਕੌਸ਼ਲ ਦਾ ਗਿਆਨ ਪ੍ਰਾਪਤ ਕੀਤੇ ਬਿਨਾਂ ਮਨੁੱਖ ਦੀ ਭਾਸ਼ਾ ਸਿੱਖਿਆ ਪੂਰੀ ਨਹੀਂ ਹੋ ਸਕਦੀ, ਮਤਲਬ ਪੂਰਨ ਤੌਰ ਤੇ ਜਾਣਕਾਰੀ ਨਹੀਂ ਹੋ ਸਕਦੀ। ਪਿੱਛੇ ਗੱਲ ਕਰ ਚੁੱਕੇ ਹਾਂ, ਜੇਕਰ ਆਪਾਂ ਨੂੰ ਲਿਖਣ ਕੌਸ਼ਲ ਦੇ ਬਾਰੇ ਨਹੀਂ ਪਤਾ ਤਾਂ ਆਪਾਂ ਅਧੂਰੀ ਜਾਣਕਾਰੀ ਲੈ ਕੇ ਚੱਲਦੇ ਹਾਂ, ਪਰੰਤੂ ਜੇਕਰ ਲਿਖਣ ਕੌਸ਼ਲ ਦੇ ਬਾਰੇ ਪਤਾ ਫਿਰ ਆਪਾਂ ਪੂਰਨ ਤੌਰ ਤੇ ਆਪਣੀ ਜਾਣਕਾਰੀ ਲੈ ਕੇ ਚੱਲਦੇ ਹਾਂ। ਇੱਥੋਂ ਤੱਕ ਕਿ ਆਪਣਾ ਲਿਖਣ ਕੌਸ਼ਲ ਦਾ ਜਿਹੜੇ ਉਦੇਸ਼ ਸੀਗੇ ਉਹ ਪੜ੍ਹ ਚੁੱਕੇ ਹਾਂ, ਉਦੇਸ਼ ਕੀ ਸੀਗੇ, ਉਸਦੇ ਨਾਲ ਮਹੱਤਤਾ ਕੀ ਸੀਗੀ ਉਹ ਪੜ੍ਹੇ ਆ। ਉਸ ਤੋਂ ਪਹਿਲਾਂ ਪਰਿਭਾਸ਼ਾ ਆਪਾਂ ਪੜ੍ਹੀ ਹੈ, ਪਰਿਭਾਸ਼ਾ ਵੀ ਕੋਈ ਇੰਨੀ ਪੇਪਰ ਦੇ ਵਿੱਚ ਨਹੀਂ ਆਉਂਦੀ। ਉਦੇਸ਼ ਤੁਹਾਡੇ ਤੋਂ ਪੁੱਛੇ ਜਾ ਸਕਦੇ ਆ, ਮਹੱਤਵ ਤੁਹਾਡੇ ਤੋਂ ਪੁੱਛੀਆਂ ਜਾ ਸਕਦੀਆਂ। ਇਸ ਤੋਂ ਬਾਅਦ ਜਿਹੜਾ ਨੈਕਸਟ ਆਪਾਂ ਨੂੰ ਚੈਪਟਰ ਰਹਿਣ ਵਾਲਾ ਹੈ, ਨੈਕਸਟ ਹੈ ਉਹ ਕੀ ਹੈ, ਵਿਧੀਆਂ। ਵਿਧੀਆਂ ਜਿਹੜੀਆਂ 5 ਵਿਧੀਆਂ ਹੈਗੀਆਂ, 5 ਵਿਧੀਆਂ ਨੂੰ ਬਹੁਤ ਜਿਹੜਾ ਸ਼ਾਰਟ ਜਾਂ ਆਪਣਾ ਬਿਲਕੁਲ ਛੋਟਾ ਹੀ ਆਪਣਾ ਲੈਕਚਰ ਰਹੇਗਾ,
ਤਾਂ ਉਹ ਆਪਾਂ ਡਿਸਕਸ ਕਰ ਲਵਾਂਗੇ ਜਲਦੀ, ਤੇ ਉਹ ਵੀਡੀਓ ਮਿਲ ਜਾਏਗੀ। ਜਿੰਨੀਆਂ ਵੀ ਅਸੀਂ 8 ਲੈਕਚਰ ਕਰ ਚੁੱਕੇ ਹਾਂ ਅਪਲੋਡ YouTube ਤੇ, ਉਸ ਦਾ ਲਿੰਕ ਜਿਹੜਾ ਹੋਵੇਗਾ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਤੁਸੀਂ ਦੇਖ ਸਕਦੇ ਹੋ। ਜਿਹੜੇ ਸਟੂਡੈਂਟ ਪੀਐਸ ਟੈਟ ਤੇ ਸੀ ਟੈਟ ਦਾ ਪੇਪਰ ਦੇਣਾ ਚਾਹੁੰਦੇ ਆ, ਉਹ ਥਿਊਰੀ ਕਰ ਸਕਦੇ। ਇਹਦੇ ਨਾਲ ਥਿਊਰੀ ਦੇ ਨਾਲ ਆਪਾਂ MCQ ਸੈਸ਼ਨ ਵੀ ਜਲਦੀ ਲੈ ਕੇ ਹਾਜ਼ਰ ਹੋਵਾਂਗੇ। ਜਿੰਨਾ ਚਿਰ ਸਿਲੇਬਸ ਕੰਪਲੀਟ ਨਹੀਂ ਹੋਇਆ ਹੁੰਦਾ, ਉਹਨਾਂ ਚਿਰ ਆਪਾਂ MCQ ਸੈਸ਼ਨ ਨਹੀਂ ਲੈ ਕੇ ਆਉਂਦੇ। ਆਈ ਹੋਪ ਕਿ ਜਿਹੜੇ ਸਟੂਡੈਂਟ ਕੋਚਿੰਗ ਵਗੈਰਾ ਨਹੀਂ ਲੈ ਸਕਦੇ ਪੇਪਰ 1 ਦੀ, ਪੇਪਰ 2 ਦੀ, ਉਹ ਆਪਣੀ ਘਰ ਬੈਠ ਕੇ ਇੱਥੋਂ ਤਿਆਰੀ ਕਰ ਸਕਦੇ। ਤਾਂ ਮੇਰੀ ਉਮੀਦ ਹੈ ਕਿ ਤੁਸੀਂ ਸਾਰੇ ਇਸ ਚੀਜ਼ ਦੀ ਤਿਆਰੀ ਕਰ ਰਹੇ ਹੋ। ਜਿਹੜੇ ਵੀ ਪੀਐਸ ਟੈਟ ਸੀ ਟੈਟ ਦੇਣਾ ਚਾਹੁੰਦੇ ਆ, ਤੇ ਉਹ ਇੱਥੋਂ ਲੈਕਚਰ ਲਗਾ ਸਕਦਾ ਹੈ। ਸਾਰੇ ਹੀ ਲਗਾਤਾਰ ਤੁਹਾਨੂੰ ਲੈਕਚਰ ਮਿਲਣਗੇ। ਤੁਹਾਨੂੰ ਕੋਈ ਵੀ ਡਾਊਟ ਹੈ, ਇੰਸਟਾਗ੍ਰਾਮ ਸਾਡਾ ਅਕਾਊਂਟ ਹੈ, ਟੈਲੀਗ੍ਰਾਮ ਚੈਨਲ ਹੈ, JV ਸਟੇਸ਼ਨ, ਉਸ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਕਮੈਂਟ ਕਰਕੇ ਜੋ ਵੀ ਤੁਹਾਡੀ ਇਨਕੁਆਇਰੀ ਹੈ ਪੁੱਛ ਸਕਦੇ ਹੋ। ਆਈ ਹੋਪ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ। ਕਮੈਂਟ ਦੇ ਵਿੱਚ ਤੁਸੀਂ ਸਾਨੂੰ ਜੋ ਵੀ ਸੁਝਾਅ ਹੈ ਤੁਸੀਂ ਦੇਖ ਸਕਦੇ ਹੋ, ਜਾਂ ਫਿਰ ਕੋਈ ਵੀ ਤੁਹਾਡੀ ਇਨਕੁਆਇਰੀ ਹੈ ਸ਼ੇਅਰ ਕਰ ਸਕਦੇ ਹੋ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਹੈ। ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ। ਸ਼ੇਅਰ ਇਸ ਕਰਕੇ ਕਹਿ ਰਹੇ ਹਾਂ, ਅਗਰ ਤੁਸੀਂ ਪੜ੍ਹ ਰਹੇ ਹੋ ਤਾਂ ਤੁਹਾਡਾ ਦੋਸਤ ਮਿੱਤਰ ਜਿਹੜਾ ਕੋਚਿੰਗ ਲੈਣ ਜਾ ਰਿਹਾ, ਉਹਦੀ ਤਿਆਰੀ ਹੋ ਜਾਵੇ, ਜਾਂ ਕੋਚਿੰਗ ਨਹੀਂ ਲੈ ਸਕਦਾ ਤਾਂ ਉਹਦੀ ਤਿਆਰੀ ਹੋ ਜਾਏ। ਇਸ ਕਰਕੇ ਸ਼ੇਅਰ ਕਰਿਓ। ਮੈਂ ਹਮੇਸ਼ਾ ਹੀ ਕਹਿਣਾ, ਇਹ ਚੀਜ਼ਾਂ ਸ਼ੇਅਰ ਕਰੋ, ਕਿਉਂਕਿ ਮੈਂ ਸੋਚਦਾ ਕਿ ਬੱਚਿਆਂ ਦੀ ਜੇਕਰ ਹੈਲਪ ਕੀਤੀ ਜਾਵੇ, ਸ਼ਾਇਦ ਪੜ੍ਹਾਈ ਦੇ ਵਿੱਚ ਕੀਤੀ ਜਾਏ, ਤਾਂ ਇਸ ਕਰਕੇ ਤੁਸੀਂ ਵੀ ਕਿਤੇ ਨਾ ਕਿਤੇ ਛੋਟਾ ਜਿਹਾ ਯੋਗਦਾਨ ਇਹ ਕੰਮ ਦੇ ਵਿੱਚ ਦਿਓ ਜ਼ਰੂਰ। ਅਗਰ ਹਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ, ਤਾਂ ਜੋ ਇਸ ਤਰ੍ਹਾਂ ਦੇ ਅਪਡੇਟਸ ਤੁਹਾਨੂੰ ਲਗਾਤਾਰ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰੀਏ, ਵੈਸੇ ਤਾਂ ਡੇਲੀ ਕਰਦੇ ਹਾਂ, ਤਾਂ ਤੁਹਾਨੂੰ ਮਿਲਦੀ ਰਹੇ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।